ਕਿਸਾਨਾਂ ਨੂੰ ਫਸਲੀ ਚੱਕਰ ਚੋਂ ਕੱਢਣਾ ਸਮੇਂ ਦੀ ਲੋੜ ਹੈ। ਸਰਕਾਰਾਂ ਇਹ ਬਿਆਨ ਬਹੁਤ ਵਾਰ ਦੇ ਚੁੱਕੀਆਂ, ਪਰ ਸਰਕਾਰਾਂ ਕਿਸਾਨਾਂ ਨੂੰ ਕਿਹੜੇ ਚੱਕਰਾਂ 'ਚ ਪਾ ਰਹੀਆਂ ਨੇ, ਸਾਡਾ ਸਵਾਲ ਇਹੀ ਹੈ। ਮੈਂ KP ਸਿੰਘ ਟੂ ਦਾ ਪੁਆਇੰਟ ਤੁਹਾਡਾ ਸਭ ਦਾ ਸਵਾਗਤ ਕਰਦਾ। ਝੋਨੇ ਨੂੰ ਕਿਹੜੇ ਚੱਕਰਾਂ 'ਚੋਂ ਕੱਢਣਾ ਤੇ ਕਿਹੜੇ ਚੱਕਰਾਂ 'ਚ ਪਾਉਣਾ, ਇਹ ਸਰਕਾਰਾਂ ਨੂੰ, ਸਿਆਸਤ ਨੂੰ ਬਹੁਤ ਪਤਾ ਹੁੰਦਾ ਹੈ। ਇਸੇ ਕਰਕੇ ਦੇਰ ਸ਼ਾਮ ਇੱਕ ਚਿੱਠੀ ਆ ਜਾਂਦੀ ਹੈ ਕਿ ਹੁਣ ਪ੍ਰੋਕਿਉਰਮੈਂਟ ਹੈ ਜਿਹੜੀ ਉਹ 10 ਦਿਨ ਬਾਅਦ ਹੋਊਗੀ। ਆਹ ਚਿੱਠੀ ਹੈ, ਇਹਦੇ ਵਿੱਚ ਡਿਜੀਟਲ ਸਿਗਨੇਚਰ ਹੈ। ਜੇ ਚਿੱਠੀ ਕਿਸੇ ਨੇ ਨਹੀਂ ਪੜ੍ਹੀ ਤਾਂ ਚੰਗੀ ਤਰ੍ਹਾਂ ਪੜ੍ਹ ਲਿਓ। ਉਹਦੇ ਵਿੱਚ ਰੀਜ਼ਨ ਕੀ ਲਿਖਿਆ ਉਹ ਵੀ ਚੰਗੀ ਤਰ੍ਹਾਂ ਪੜ੍ਹਨ ਦੀ ਜ਼ਰੂਰਤ ਹੈ ਕੀ ਹੈ। ਇਹ ਡਿਜੀਟਲ ਸਿਗਨੇਚਰ ਦੇ ਵਿੱਚ ਜਿਹੜਾ ਸਮਾਂ ਦਿੱਤਾ ਗਿਆ ਉਸ ਨੂੰ ਵੀ ਚੰਗੀ ਤਰ੍ਹਾਂ ਪੜ੍ਹਨ ਦੀ ਜ਼ਰੂਰਤ ਹੈ ਕੀ ਹੈ। ਜੋ ਟਰਾਲੀ ਤੁਹਾਡੇ ਘਰ ਦੇ ਅੱਗੇ ਤਿਆਰ ਖੜੀ ਹੋਵੇ, ਖੇਤਾਂ ਵਿੱਚ ਹੈ, ਉਹ ਜਿਹੜੇ ਫਸਲ ਆ ਲੱਦੀ ਜਾ ਚੁੱਕੀ ਹੋਵੇ ਤੇ ਮੰਡੀ ਜਾਣ ਦੀ ਤਿਆਰੀ ਹੋਵੇ, ਉਦੋਂ ਤੁਹਾਡੇ ਕੋਲੇ ਸੁਨੇਹਾ ਪਹੁੰਚਣ ਦਾ ਕੋਈ ਸਾਧਨ ਨਾ ਹੋਵੇ। ਕਈ ਪਿੰਡਾਂ ਵਿੱਚ ਤਾਂ ਉਸ ਵੇਲੇ ਲਾਈਟ ਵੀ ਹੈ ਨਹੀਂ ਸੀ ਜਿੱਥੋਂ ਸਰਕਾਰ ਦਾ ਸੁਨੇਹਾ ਸੁਣ ਲੈਂਦੇ। ਸਰਕਾਰ ਪਤਾ ਨਹੀਂ ਕਿਹੜੇ ਵੇਲੇ ਜਾਗੀ ਹੈ ਤੇ ਕਿਸਾਨ ਹੈ ਜਿਹੜੇ ਉਹ ਹਮੇਸ਼ਾ ਜਾਗਦੇ ਰਹਿੰਦੇ ਆ, ਸੁਣਦੇ ਨਹੀਂ ਗੇ। ਪਰ ਕਿਸਾਨਾਂ ਤੱਕ ਇਹ ਹੁਕਮ ਪਹੁੰਚੇ ਨਹੀਂ, ਮੰਡੀਆਂ ਤੱਕ ਪਹੁੰਚ ਚੁੱਕੇ ਸੀ ਉਹ, ਤੇ ਜਦੋਂ ਮੰਡੀਆਂ 'ਚ ਪਹੁੰਚੇ ਤੇ ਉੱਥੇ ਪਤਾ ਲੱਗਿਆ ਕਿ ਸਰਕਾਰੀ ਖਰੀਦ ਨਹੀਂ ਹੋਵੇਗੀ। ਉਸ ਤੋਂ ਬਾਅਦ ਕਿਸਾਨ ਵੀ ਪਰੇਸ਼ਾਨ ਤੇ ਸਿਆਸਤ ਨੂੰ ਮਿਲ ਗਿਆ ਮੁੱਦਾ ਤੇ ਉਹ ਲੱਗ ਪਏ ਇੱਕ ਦੂਜੇ ਦੇ ਨਿਸ਼ਾਨੇ ਮਾਰਨ। ਅਸੀਂ ਇਹੀ ਪੁੱਛਾਂਗੇ, ਝੋਨੇ ਬਹਾਨੇ ਕੀ ਨੇ ਨਿਸ਼ਾਨ। 5 ਤਸਵੀਰਾਂ ਨਾਲ ਆਗਾਜ਼ ਕਰਾਂਗੇ ਤਾਂ ਇਸ ਚਰਚਾ ਦਾ, ਤੇ ਉਸ ਤਸਵੀਰਾਂ ਤੋਂ ਬਾਅਦ ਤੁਹਾਨੂੰ ਸਾਰਾ ਕੁਝ ਸਮਝ ਆ ਜਾਵੇਗਾ ਤਸਵੀਰ ਹੈ ਕੀ ਹੈ। ਮੰਡੀਆਂ 'ਚ ਫਸਲ ਦੀ ਆਮਦ ਹੈ। ਕਈ ਥਾਂ ਪੰਜਾਬ ਦੇ ਵਿੱਚ ਜਿੱਥੇ ਮੰਡੀਆਂ ਦੇ ਵਿੱਚ ਫਸਲ ਦੀ ਆਮਦ ਹੋ ਚੁੱਕੀ ਹੈ। ਨਮੀ ਦੀ ਗੱਲ ਸਰਕਾਰ ਕਰਦੀ ਹੈ, ਸਰਕਾਰੀ ਹੁਕਮ ਕਰਦੇ ਆ, ਵਜ੍ਹਾ ਮੌਸਮ ਦੱਸਿਆ ਜਾਂਦਾ ਤੇ ਇੱਥੇ ਕਿਹੜੇ ਮੌਸਮ 'ਚ ਫਸਲ ਪਈ ਹੈ, ਇਹ ਸਵਾਲ ਵੀ ਹੋਣਾ ਚਾਹੀਦਾ। ਦੂਜੀ ਤਸਵੀਰ ਤੁਸੀਂ ਦੇਖ ਰਹੇ ਹੋ, ਮੁੱਖ ਮੰਤਰੀ ਜਿਹੜੇ ਨਵੇਂ ਬਣੇ ਆ ਉਹ ਪ੍ਰਧਾਨ ਮੰਤਰੀ ਨੂੰ ਅਪੀਲ ਕਰਦੇ ਆ ਕਿ ਤੁਸੀਂ ਦਖਲ ਦਿਓ ਤੇ ਇਹ ਫੈਸਲਾ ਵਾਪਸ ਲਓ। ਤੀਜੀ ਤਸਵੀਰ ਹੈ, ਵਿਰੋਧੀ ਧਿਰਾਂ ਨੇ ਸਵਾਲ ਚੁੱਕ ਦਿੱਤੇ ਆ ਤੇ ਵਿਰੋਧੀ ਧਿਰਾਂ ਦੇ ਸਵਾਲਾਂ ਦੇ ਵਿਚਾਲੇ ਅਕਾਲੀ ਦਲ ਆ ਜਿਹੜਾ ਉਹ FCI ਪਹੁੰਚ ਗਿਆ, FC ਦੇ ਦਫ਼ਤਰ ਪਹੁੰਚ ਗਿਆ ਝੋਨੇ ਟਰਾਲੀ ਲੈ ਕੇ, ਤੇ ਨਾਲ ਕਹਿੰਦੇ ਆ ਕਿ ਮੋਇਸਚਰ ਝੋਨੇ ਵਿੱਚ ਤਾਂ ਨਹੀਂ ਹੈਗਾ, ਸਾਨੂੰ ਪਤਾ ਨਹੀਂਗਾ। 12.5 ਹੈ, 17 ਜਿਹੜਾ ਵੱਧ ਤੋਂ ਵੱਧ ਚਾਹੀਦਾ, ਇਹ ਅਕਾਲੀ ਦਲ ਦੇ ਪ੍ਰਧਾਨ ਬਿਆਨ ਦਿੰਦੇ ਆ। ਪਰ ਕਹਿੰਦੇ ਆ ਸੂਬੇ ਦੀ ਸਰਕਾਰ ਵਿੱਚ ਮੋਇਸਚਰ ਆਇਆ ਹੋਇਆ, ਇਸ ਕਰਕੇ ਇਹਨਾਂ ਨੇ ਜਿਹੜੀ ਝੋਨੇ ਦੀ ਖਰੀਦ ਦੀ ਦੇਰੀ ਕਰਵਾਈ ਹੈ। ਆਖਰੀ ਤਸਵੀਰ ਤੁਸੀਂ ਦੇਖ ਰਹੇ ਹੋ ਜਿਹਦੇ ਵਿੱਚ ਕਿਸਾਨ ਰੋਸ ਵਿੱਚ ਨੇ, ਗੁੱਸੇ ਵਿੱਚ ਨੇ, ਤੇ ਉਹ ਕਹਿ ਰਹੇ ਆ ਕਿ ਸੰਯੁਕਤ ਕਿਸਾਨ ਮੋਰਚੇ ਨੂੰ ਅਸੀਂ ਅਪੀਲ ਕਰਾਂਗੇ ਕਿ ਤੁਸੀਂ ਇਸ ਮੁੱਦੇ ਦੇ ਵਿੱਚ ਦਖਲ ਦਿਓ। ਹਾਲਾਂਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਬਿਆਨ ਲਗਾਤਾਰ ਆ ਰਿਹਾ ਕਿ ਇਹ ਸਰਕਾਰ ਹੈ ਬਦਲਾਖੋਰੀ ਦੇ ਰਾਹ ਤੇ ਚੱਲ ਪਈ ਹੈ। ਸਭ ਤੋਂ ਵੱਡੀ ਤਸਵੀਰ ਹੈ ਜਿਹਦੇ ਵਿੱਚ ਇਹ ਚਿੱਠੀ ਹੈ, ਜਿਹੜੀ ਚਿੱਠੀ ਦਾ ਮੈਂ ਜ਼ਿਕਰ ਕਰ ਰਿਹਾ ਸੀਗਾ, ਜਿਹੜੇ ਹੁਕਮਾਂ ਦਾ ਮੈਂ ਜ਼ਿਕਰ ਕਰ ਰਿਹਾ ਸੀਗਾ, ਉਹ ਚਿੱਠੀ ਹੈ ਸਭ ਤੋਂ ਵੱਡੀ ਤਸਵੀਰ ਦੇ ਵਿਚਾਲੇ। ਤੁਸੀਂ ਤਸਵੀਰਾਂ ਦੇਖ ਵੀ ਲੀਆਂ ਤੇ ਸਮਝ ਵੀ ਲੀਆਂ ਤੇ ਸੁਣ भी लिया। हो की रहा कि पंजाब में प्रोक्योरमेंट का सीजन शुरू हो रहा है। उसमें पहले जो प्रोक्योरमेंट है वो 1 से शुरू होती है, 1 अक्टूबर से, लेकिन इस बार केंद्र सरकार ने उसको 10 अक्टूबर से कर दिया है। आज तक कभी भी पोस्टपोन नहीं हुई है, प्रीपोन तो हुई है पिछले 50-70 सालों में। तो मैंने उनको रिक्वेस्ट की है कि आप इसको अभी शुरू करवाएं, तो उन्होंने मुझे विश्वास दिलाया कि मैं बात करके इसका हल करूंगा। कि केंद्र सरकार ने जो झोने की खरीद 1 तरीक तो ਵਧਾ ਕੇ 11 तरीक ਤੇ ਕੀਤੀ ਹੈ, ਉਹਦਾ ਗੰਭੀਰ ਨੋਟਿਸ ਲੈਂਦਿਆਂ ਫੈਸਲਾ ਹੋਇਆ ਹੈ ਕਿ ਕੱਲ ਨੂੰ ਪੰਜਾਬ ਦੇ ਅੰਦਰ ਸਾਰੇ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਦੇ ਉੱਤੇ ਧਰਨੇ ਦਿੱਤੇ ਜਾਣਗੇ। ਇਹ ਧਰਨੇ ਉਦੋਂ ਤੱਕ ਜਾਰੀ ਰਹਿਣਗੇ ਜਦੋਂ ਤੱਕ ਕੇਂਦਰ ਸਰਕਾਰ ਇਹ ਫੈਸਲਾ ਵਾਪਸ ਨਹੀਂ ਲੈਂਦੀ। ਅੱਜ ਪ੍ਰੋਕਿਉਰਮੈਂਟ ਸ਼ੁਰੂ ਹੋਣੀ ਸੀ, ਕਿਸਾਨ ਨੇ ਆਪਣੀ ਫਸਲ ਪੱਟ ਕੇ ਮੰਡੀਆਂ ਲਿਆਂਦੀ ਹੈ। ਹੁਣ ਕੀ ਕਿਸਾਨ 10 ਦਿਨ ਮੰਡੀ 'ਚ ਰਹੂਗਾ? ਜੇ ਬਾਰਿਸ਼ ਆ ਜਾਂਦੀ ਹੈ ਝੋਨਾ ਖਤਮ ਹੋ ਜਾਊਗਾ, ਉਹ ਬਰਬਾਦ ਹੋ ਜਾਊਗਾ, ਫਿਰ ਕਹਿਣਗੇ ਅਸੀਂ ਖਰੀਦਣਾ ਨਹੀਂ। ਗੁਨੇਗਾਰ ਸਰਕਾਰ ਹੈ। ਕਾਂਗਰਸ ਤੱਕ ਉਹਨਾਂ ਨੇ ਨਹੀਂ ਨਾ ਲੱਗਦਾ ਹੈ ਇਹ ਸਮਾਂ ਉਹਨਾਂ ਨੇ ਨਾ ਲੇਬਰ ਦਾ ਟੈਂਡਰ ਕੀਤਾ, ਨਾ ਲਿਫਟਿੰਗ ਦਾ ਟੈਂਡਰ ਕੀਤਾ, ਨਾ ਆਪਣੇ ਬਾਰਦਾਨਾ ਆਇਆ, ਤੇ ਫਿਰ ਕਿਸ ਪੈਸੇ ਤੇ 15 ਦਿਨ ਬਰਬਾਦ ਕਰਤੇ ਪੰਜਾਬ ਦਾ। ਹਰ ਇੱਕ ਚੀਜ਼ ਨੂੰ ਰਾਜਨੀਤਿਕ ਆਈਨੇ ਦੇ ਨਾਲ ਦੇਖਣਾ ਇਹ ਪੰਜਾਬ ਦਾ ਦੁਰਭਾਗਯ ਹੋ ਗਿਆ। ਇਹ ਕੁਦਰਤੀ ਚੱਕਰ ਦੇ ਅੰਦਰ ਜੋ ਮੇਰੇ ਕੋਲ ਜਾਣਕਾਰੀ ਹੈ, ਇਹ ਜਿਹੜੀ ਬਰਸਾਤ ਲੇਟ ਹੋਈ ਹੈ ਉਹਦੇ ਕਾਰਨ ਇਹਦੇ 'ਚ ਦੇਰੀ ਹੋਈ ਹੈ। ਉਹ ਕਹਿ ਰਿਹਾ ਕਿ ਝੋਨਾ ਬੜਾ ਗਿੱਲਾ ਹੈ। ਇਹ ਵਿਚਾਰੇ ਕਿਸਾਨ ਜੇਕਰ ਕੱਲ ਤੋਂ ਹੀ ਬਹਿ ਜਾਣਗੇ ਤੇ ਉਹ ਦਰ ਦੀ ਆ ਉੱਥੇ ਐਵੇਂ ਭਟਕਦੇ ਰਹਿਣਗੇ। ਵੱਡਾ ਸਵਾਲ ਅਸੀਂ ਇਸ ਡਿਬੇਟ ਦੇ ਵਿੱਚ ਇਹ ਪੁੱਛਾਂਗੇ, ਵੱਡਾ ਸਵਾਲ ਅਸੀਂ ਇਹ ਪੁੱਛਾਂਗੇ ਕਿ ਕਿਸਾਨਾਂ ਦੀ ਨਸਲ ਤੇ ਫਸਲ ਨੂੰ ਕਿਹੜੇ ਚੱਕਰਾਂ 'ਚ ਪਾ ਰਹੀਆਂ ਨੇ ਸਰਕਾਰਾਂ। ਇਸੇ ਸਵਾਲ ਤੇ ਬਹਿਸ ਹੋਵੇਗੀ। ਪੈਨਲ ਸਾਡੇ ਨਾਲ ਮੌਜੂਦ ਹੈ।
ਉਹਨਾਂ ਤੁਹਾਡਾ ਤਾਰਫ ਕਰਾਉਣਾ ਤੇ ਉਸ ਤੋਂ ਬਾਅਦ ਡਿਬੇਟ ਸ਼ੁਰੂ ਕਰਦੇ ਹਾਂ। ਹਰਨੇਕ ਸਿੰਘ ਮਹਿਮਾ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਨਾਲ ਸੰਬੰਧ ਰੱਖਦੇ ਆ। ਹਰਨੇਕ ਸਿੰਘ ਮਹਿਮਾ ਜਾਣੇ ਜਾਂਦੇ ਆ ਬੜੇ ਗੱਜ ਵੱਜ ਕੇ ਭਾਸ਼ਣ ਦੇਣ ਦੇ ਲਈ, ਤੇ ਇਹਨਾਂ ਭਾਸ਼ਣਾਂ ਤੋਂ ਇਲਾਵਾ ਉਹਨਾਂ ਨੂੰ ਜ਼ਮੀਨੀ ਹਕੀਕਤ ਬਹੁਤ ਜ਼ਿਆਦਾ ਪਤਾ ਹੈ ਕੀ ਹੈ, ਤੇ ਹਮੇਸ਼ਾ ਕਹਿੰਦੇ ਆ ਕਿ ਕਿਸਾਨਾਂ ਦੇ ਲਈ, ਕਿਸਾਨਾਂ ਮੁੱਦਿਆਂ ਦੇ ਲਈ ਹਮੇਸ਼ਾ ਡਟੇ ਰਵਾਂਗੇ, ਤੇ ਕਹਿੰਦੇ ਆ ਕਿ ਪੜ੍ਹਨਾ ਬਹੁਤ ਜ਼ਰੂਰੀ ਹੈਗਾ, ਤੇ ਜਿਹੜਾ ਕਿਸਾਨ ਪੜ੍ਹ ਲਿਖ ਕੇ ਗੱਲ ਕਰਦਾ ਹੈ ਸਰਕਾਰ ਨੂੰ ਜਵਾਬ ਵੀ ਦੇ ਸਕਦਾ ਹੈ। ਇਸ ਕਰਕੇ ਹਰਨੇਕ ਸਿੰਘ ਨਾਮ ਸੱਦਿਆ। ਹਰਨੇਕ ਸਿੰਘ ਤੁਹਾਡਾ ਬਹੁਤ ਸਵਾਗਤ ਹੈ। ਐਸ ਚੰਨੀ ਫਾਰਮਰ IAS ਨੇ, ਭਾਰਤੀ ਜਨਤਾ ਪਾਰਟੀ ਸਪੋਕਸਪਰਸਨ ਹੈ। ਇਹਨਾਂ ਨੂੰ ਜ਼ਮੀਨ ਦਾ ਤਾਂ ਪਤਾ, ਪਰ ਪਾਰਟੀ ਲਾਈਨ ਦਾ ਜਿਹੜਾ ਉਹ ਧਿਆਨ ਰੱਖਣਾ ਪੈਂਦਾ ਹੈ। ਇਸ ਕਰਕੇ ਚੰਨੀ ਸਾਹਿਬ ਤੋਂ ਸਵਾਲ ਆ ਜਿਹੜੇ ਉਹ ਅਸੀਂ ਲਵਾਂਗੇ ਜ਼ਰੂਰ, ਜਵਾਬ ਇਹਨਾਂ ਦੇ ਮੌਸਮ ਵਾਲੇ ਆਉਣਗੇ, ਮੈਨੂੰ ਇਹ ਵੀ ਉਮੀਦ ਹੈਗੀ। ਚੰਨੀ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਅਰਸ਼ਪ੍ਰੀਤ ਸਿੰਘ ਖੜਿਆਲ ਕਾਂਗਰਸ ਸਪੋਕਸਪਰਸਨ ਹੈ। ਇਹਨਾਂ ਦੀ ਸਰਕਾਰ ਤੇ ਵਿਰੋਧੀ ਧਿਰਾਂ ਨੇ ਇਲਜ਼ਾਮ ਲਾਇਆ ਕਿ ਇਹਨਾਂ ਦੀ ਮਿਲੀ ਭੁਗਤ ਕਰਕੇ ਕੇਂਦਰ ਸਰਕਾਰ ਨੇ ਇਹ ਸਭ ਕੁਝ ਦੇਰੀ ਨਾਲ ਕਰ ਦਿੱਤਾ, ਤੇ ਹੁਣ ਇਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਾਂ ਕਿ ਇਹਨਾਂ ਦੇ ਬੰਦੋਬਸਤਾਂ ਵਿੱਚ ਕਿਹੜੀ ਕਮੀ ਹੈ ਜਿੰਦੇ ਕਰਕੇ ਕੇਂਦਰ ਸਰਕਾਰ ਨੇ ਫੈਸਲਾ ਲਿਆ। ਮਿਸਟਰ ਖੜਿਆਲ ਤੁਹਾਡਾ ਬਹੁਤ ਸਵਾਗਤ ਹੈ। ਹਰਜੀਤ ਸਿੰਘ ਭੁੱਲਰ ਸ਼੍ਰੋਮਣੀ ਅਕਾਲੀ ਦਲ ਦਾ ਸਪੋਕਸਪਰਸਨ ਹੈ। ਇਹ ਜੋ ਤੀਕਰ ਸਰਕਾਰ ਦੇ ਨਾਲ ਸੀਗੇ ਕੇਂਦਰ ਦੇ ਵਿੱਚ, ਉਦੋਂ ਇਹ ਸਵਾਲ ਨਹੀਂ ਖੜੇ ਕਰਦੇ ਜਿਹੜੇ ਸਵਾਲ ਹੁਣ ਇਹ ਖੜੇ ਕਰਦੇ ਪਏ ਆ। ਹੁਣ ਤਾਂ ਝੋਨੇ ਦੀਆਂ ਟਰਾਲੀਆਂ ਵੀ ਲੈ ਜਾਂਦੇ, ਪਹਿਲਾਂ ਟਰੈਕਟਰਾਂ ਤੇ ਵੀ ਚੜ੍ਹ ਗਏ ਸੀ ਇੱਕ ਵਾਰ ਤਾਂ। ਭੁੱਲਰ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾ ਸਵਾਲ ਹਰਨੇਕ ਸਿੰਘ ਜੀ ਤੁਹਾਨੂੰ ਕਰਨਾ ਚਾਹੂੰਗਾ। ਹਰਨੇਕ ਸਿੰਘ ਜੀ, ਪਹਿਲਾਂ ਮੈਨੂੰ ਸਮਝਾਓ, ਝੋਨਾ ਜਿਹੜਾ ਉਹ ਪੰਜਾਬ ਹਰਿਆਣਾ ਦੇ ਵਿੱਚ ਸਭ ਤੋਂ ਜ਼ਿਆਦਾ ਹੁੰਦਾ, ਤੇ ਇਹ ਜ਼ਿਆਦਾ ਹੁੰਦੇ ਝੋਨੇ ਦੇ ਵਿਚਾਲੇ ਜਦੋਂ MSP ਦੀ ਗੱਲ ਸਰਕਾਰ ਇਸ ਚਿੱਠੀ ਦੇ ਵਿੱਚ ਕਰਦੀ ਹੋਵੇ, ਤੇ ਜੇ 10 ਦਿਨ ਲੇਟ ਕਰ ਦਿੱਤਾ ਸਰਕਾਰ ਨੇ ਮੌਸਮ ਦੀ ਗੱਲ ਕਰਕੇ, ਤੁਹਾਨੂੰ ਤਕਲੀਫ ਕੀ ਹੋਗੀ ਹਰਨੇਕ ਸਿੰਘ ਜੀ? ਮੌਸਮ ਖਰਾਬ ਹੈ, ਸਰਕਾਰ ਨੂੰ ਪਤਾ ਹੈ ਨਾ, ਸਰਕਾਰ ਫੈਸਲੇ ਕਰਦੀ ਹੈ। ਤੁਹਾਡੀ ਇੱਕ ਤਕਲੀਫ ਮੰਨ ਸਕਦੇ ਆ ਕਿ ਚਿੱਠੀ ਹੈ ਜਿਹੜੀ ਦੇਰ ਸ਼ਾਮ ਆਈ ਹੈ, ਤੁਹਾਨੂੰ ਪਹਿਲਾਂ ਨਹੀਂ ਦੱਸਿਆ ਗਿਆ, ਜਾਂ ਇਸ ਤੋਂ ਜ਼ਿਆਦਾ ਕੋਈ ਤਕਲੀਫ ਹੈ ਹਰਨੇਕ ਸਿੰਘ ਜੀ? ਦੇਖੋ ਜੀ, ਜਿਹੜੀ ਕਿ ਤੁਹਾਡੀ ਇਹ ਗੱਲ ਹੈ ਨਾ ਵੀ ਸਰਕਾਰ ਨੂੰ ਸਾਰਾ ਪਤਾ ਹੈ, ਅਸਲ 'ਚ ਗੱਲ ਹਾਲਾਤ ਇਦੋਂ ਬਿਲਕੁਲ ਉਲਟ ਨੇ। ਸਰਕਾਰ ਨੂੰ ਕੱਖ ਵੀ ਨਹੀਂ ਪਤਾ, ਸਰਕਾਰ ਨੂੰ ਕਿਸੇ ਗੱਲ ਦਾ ਪਤਾ ਹੈ ਹੀ ਨਹੀਂਗਾ। ਜੇ ਇਹ ਪ੍ਰੋਕਿਉਰਮੈਂਟ ਵਾਲੀ ਜਿਹੜੀ ਇਹਨਾਂ ਦਾ ਫੈਸਲਾ ਕੋਈ ਇੱਕ ਜੀ ਬੋਲੋ ਹਰਨੇਕ ਸਿੰਘ ਜੀ, ਤੁਹਾਡੀ ਆਵਾਜ਼ ਆ ਰਹੀ ਮੇਰੇ ਤੱਕ। ਪਹਿਲੇ ਕੀਤਾ ਸੀ ਤਾਂ ਘੱਟ 1 ਮਹੀਨਾ ਪਹਿਲਾਂ ਇਹ ਫੈਸਲਾ ਲੋਕਾਂ ਨੂੰ, ਕਿਸਾਨਾਂ ਨੂੰ ਸੁਣਾਇਆ ਜਾਣਾ ਚਾਹੀਦਾ ਸੀ। ਜਾਂ 1 ਮਹੀਨਾ ਵੀ ਨਹੀਂ, ਅਸੀਂ ਕਹਿੰਦੇ ਆ ਕਿ ਝੋਨਾ ਜਦੋਂ ਬੀਜਿਆ ਉਦੋਂ ਇਹ ਫੈਸਲਾ ਸੁਣਾਇਆ ਜਾਣਾ ਚਾਹੀਦਾ ਸੀ। ਅੱਜ ਪੰਜਾਬ ਦੇ ਵਿੱਚ ਤਕਰੀਬਨ 20% ਝੋਨਾ ਹੈ, ਜਿਹਦੇ ਵਿੱਚ 11 ਹੈ ਤੇ 1-2 ਬਾਸਪਤੀ ਦੀਆਂ ਕਿਸਮਾਂ ਨੇ ਜਿਹੜੀਆਂ ਬਿਲਕੁਲ ਪੱਕ ਕੇ ਤਿਆਰ ਨੇ। ਬਾਸਪਤੀ ਦਾ ਅਸੀਂ ਮੰਨਦੇ ਆ ਕਿ ਸਰਕਾਰੀ ਖਰੀਦ ਨਹੀਂ ਹੈਗੀ, ਚਲੋ ਪ੍ਰਾਈਵੇਟ ਹੀ ਵਿਕਣਾ ਹੈ, ਪਰ ਜਿਹੜਾ 11 ਝੋਨਾ ਹੈ ਜਿਹੜਾ ਉਹ ਬਿਲਕੁਲ ਪੱਕ ਕੇ ਅੱਜ ਤਿਆਰ ਹੈ, ਉਹਨੂੰ 2 ਦਿਨ ਵੀ ਲੇਟ ਨਹੀਂ ਕੀਤਾ ਜਾ ਸਕਦਾ ਕਿ ਵੀ ਉਹਨੂੰ ਵੱਢਣਾ ਪਏਗਾ ਤੁਹਾਨੂੰ। ਅੱਜ ਜਿਹੜਾ ਵੱਢਣਾ ਹੈ ਉਹਨੂੰ ਤੁਸੀਂ ਕੱਲ ਤੱਕ ਕਰ ਸਕਦੇ ਹੋ ਕਿ ਕੱਲ ਵੱਢ ਸਕਦੇ ਹੋ। ਹਰਨੇਕ ਸਿੰਘ, ਜਿਹੜੀ ਗੱਲ ਤੁਸੀਂ ਕਹਿ ਰਹੇ ਹੋ, ਤੁਹਾਨੂੰ ਜ਼ਮੀਨੀ ਹਕੀਕਤ ਦਾ ਪਤਾ, ਤੁਹਾਨੂੰ ਖੇਤਾਂ ਦੀ ਤਸਵੀਰ ਦਾ ਪਤਾ ਹੈਗਾ। ਹਰਨੇਕ ਸਿੰਘ ਜੀ, ਜਦੋਂ ਅਸੀਂ ਇਹਨਾਂ ਨੂੰ ਸਵਾਲ ਕਰਦੇ ਹੋ, ਪਤਾ ਕੀ ਕਹਿੰਦੇ ਆ? ਕਹਿੰਦੇ ਕਟਾਈ ਤਾਂ ਜਿਹੜੀ ਹੋ ਹੀ ਨਹੀਂ ਪਾ ਰਹੀ ਪ੍ਰੋਪਰ, ਮਸ਼ੀਨਾਂ ਚੱਲਦੀਆਂ ਨਹੀਂ ਪਈਆਂ ਗੀਆਂ, ਮੌਸਮ ਖਰਾਬ ਹੈ, ਮੀਂਹ ਪੈ ਗਿਆ, ਉਹਦੇ ਕਰਕੇ ਜਿਹੜੀ ਮੋਇਸਚਰ ਬਹੁਤ ਹੈਗਾ। ਹਰਨੇਕ ਸਿੰਘ ਜੀ, ਉਹਨਾਂ ਕੋਲ ਤਾਂ ਤਮਾਮ ਰੀਜ਼ਨ ਹੈ ਦੱਸਣ ਲਈ। ਰੀਜ਼ਨ ਨਹੀਂ ਜੀ, ਉਹਨਾਂ ਦੇ ਤਮਾਮ ਰੀਜ਼ਨ ਨੇ ਜਿਹੜੇ ਪੈਦਾ ਕੀਤੇ ਹੋਏ ਨੇ, ਹਕੀਕਤ ਰੀਜ਼ਨ ਨਹੀਂ ਹੈਗਾ। ਪੰਜਾਬ ਦਾ ਐਸਾ ਕੋਈ ਇਲਾਕਾ ਨਹੀਂ ਜਿੱਥੇ ਮੀਂਹ ਪੈਣ ਕਰਕੇ ਝੋਨਾ ਨਹੀਂ ਵੱਢਿਆ ਜਾ ਰਿਹਾ। ਕੋਈ ਮੌਸਮ ਦੀ ਖਰਾਬੀ ਨਹੀਂ, ਝੋਨਾ ਵੱਢਿਆ ਜਾ ਰਿਹਾ ਹੈ। ਮੈਂ ਕਹਿੰਦਾ ਇੱਕ ਵਾਰ ਇਹ ਗੱਲ ਮੰਨੋ ਕਿ ਝੋਨਾ ਨਹੀਂ ਵੱਢਿਆ ਜਾ ਰਿਹਾ, ਤੁਸੀਂ ਖਰੀਦ ਕਰੋ, ਜਿਹੜਾ ਵੱਢ ਕੇ ਲਿਆਵੇਗਾ ਉਹਦਾ ਖਰੀਦ ਲਓ। ਹਾਂਜੀ ਇਹ ਝੋਨਾ ਜਿਹੜਾ ਹੈ ਉਹਨੂੰ 1 ਦਿਨ ਤੋਂ ਵੱਧ ਲੇਟ ਨਹੀਂ ਕੀਤਾ ਜਾ ਸਕਦਾ। ਜੇ ਅੱਜ ਤੁਸੀਂ 10 ਦਿਨ ਲੇਟ ਕਰਦੇ ਹੋ, ਦੱਸੋ 10 ਦਿਨ ਬਾਅਦ ਉਹ ਕਿਸਾਨ ਝੋਨਾ ਵੱਢੇਗਾ ਤਾਂ ਉਹਦਾ 40% ਜਿਹੜਾ ਝੋਨਾ ਹੈ ਘੱਟ ਹੋ ਜਾਏਗਾ, 40% ਨੁਕਸਾਨ ਹੋ ਜਾਏਗਾ। ਮੈਂ ਹਰਨੇਕ ਸਿੰਘ ਜੀ ਤੁਹਾਡੀ ਗੱਲ ਨੇ ਅੱਗੇ ਤੁਰਦਾ, ਮੈਂ 40% ਜਿਹੜਾ ਨੁਕਸਾਨ ਹੋ ਜਾਊਗਾ, ਮੈਨੂੰ ਦੱਸੋ ਮੋਇਸਚਰ ਹੈ ਜਿਹੜਾ ਉਹ ਇਸ ਵਕਤ ਕਿੰਨਾ ਹੈਗਾ? ਤੁਸੀਂ ਤਾਂ ਸਾਰੇ ਇਲਾਕਿਆਂ ਵਿੱਚ ਜਾਂਦੇ ਹੋ, ਮੈਂ ਇਕੱਲੇ ਫਿਰੋਜ਼ਪੁਰ ਦੀ ਗੱਲ ਨਹੀਂ ਕਰ ਰਿਹਾ, ਮੈਂ ਪੂਰੇ ਪੰਜਾਬ ਦੀ ਗੱਲ ਕਰ ਰਿਹਾ। ਜੇ ਮੋਇਸਚਰ ਦੀ ਗੱਲ ਕਰੀਏ, ਫਿਰੋਜ਼ਪੁਰ, ਤਰਨਤਾਰਨ, ਮੁਕਤਸਰ ਸਾਹਿਬ, ਅੰਮ੍ਰਿਤਸਰ ਸਾਹਿਬ, ਇਹਨਾਂ ਏਰੀਆ ਦੇ ਵਿੱਚ ਥੋੜਾ ਮੋਇਸਚਰ ਜ਼ਿਆਦਾ ਆਉਂਦਾ ਹੈ। ਪਰ ਅੱਜ ਵੀ ਜਿਹੜਾ ਕਿਸਾਨ ਦਾ 11 ਝੋਨਾ ਜਿੰਨਾ ਪੱਕਿਆ ਹੋਇਆ ਹੈ, ਹਾਂ ਮੋਇਸਚਰ ਵਾਲੀ ਗੱਲ ਜੇ ਸਰਕਾਰ ਰੱਖਦੀ ਹੈ, ਪਹਿਲੀ ਗੱਲ ਤਾਂ ਸਾਡਾ ਪਹਿਲਾਂ ਤੋਂ ਹੀ ਇਹ ਜਿਹੜੀ ਮੰਗ ਹੈ ਜੀ ਕਿ ਜਿੱਥੇ ਸਮੁੰਦਰ ਦੇ ਨਾਲ ਵਾਲੇ ਇਲਾਕਿਆਂ ਵਿੱਚ ਮੋਇਸਚਰ ਹੈ ਜਿਹੜਾ ਉਹ ਸਰਕਾਰ 20 ਤੋਂ ਲੈ ਕੇ 22 ਤੱਕ ਵੀ ਖਰੀਦੀ ਹੈ, ਕਿਉਂਕਿ ਮੌਸਮ ਹੈ ਨਾ, ਮੌਸਮ ਦੇ ਹਿਸਾਬ ਨਾਲ ਜਿਹੜਾ ਉਹਦੇ ਵਿੱਚ
ਨਮੀ ਹੈਗੀ ਝੋਨੇ 'ਚੋਂ ਰਹਿੰਦੀ ਏ। ਸਾਡੀ ਮੰਗ ਇਹ ਰਹੀ ਹੈ ਕਿ 22 ਮੋਇਸਚਰ ਵੀ ਜਿਹੜਾ ਪੰਜਾਬ ਦੇ ਵਿੱਚੋਂ ਝੋਨਾ ਖਰੀਦਿਆ ਜਾਣਾ ਚਾਹੀਦਾ ਹੈ, ਕਿਉਂਕਿ ਪੰਜਾਬ ਵੀ ਜੀ ਕਹਿੰਦਾ ਮੋਇਸਚਰ ਅੱਜ ਦੀ ਘੜੀ ਮੋਇਸਚਰ ਵੇਖੋ ਤਾਂ ਸਹੀ ਨਾ। ਠੀਕ ਇਹ ਤਾਂ ਗੱਲਾਂ ਮੰਡੀ 'ਚ ਝੋਨਾ ਪਾਤੀਆਂ ਨੇ। ਚਲੋ ਮੈਂ एक छोटा ब्रेक लेके वापस आऊँगा। मैं बाकी तेरे को मैं आ रहे हरनेक सिंह जी आऊँगा हरनेक सिंह जी आऊँगा ਤੁਹਾਡੇ ਕੋਲ ਆਊਂਗਾ। ਬਾਕੀ तेरे को मैं जाना ਝੋਨੇ ਵਾਨੇ ਕੀ ਨੇ ਨਿਸ਼ਾਨੇ ਕਿ ਕਿਸਾਨ ਆਗੂ ਇਹ ਗੱਲ ਸਹੀ ਕਹਿ ਰਹੇ ਹੈ ਕਿ ਕਿਸਾਨ ਸੰਘਰਸ਼ ਕਰਕੇ ਜਿਹੜੀ ਸਿਆਸੀ ਬਦਲਾਖੋਰੀ ਕੀਤੀ ਜਾ ਰਹੀ ਹੈ ਕਿ ਵਿਰੋਧੀ ਧਿਰਾਂ ਇਹ ਸਵਾਲ ਸਹੀ ਚੱਕਦੀਆਂ ਪਈਆਂ ਕਿ ਕੇਂਦਰ ਸਰਕਾਰ ਨਹੀਂ ਸੂਬਾ ਸਰਕਾਰ ਵੀ ਨਾਲ ਰਲੀ ਹੋਈ ਹੈ। ਕੀ ਇਹ ਸਾਰੇ ਸਵਾਲ ਜਾਇਜ਼ ਹੈ? ਕਿ ਵਾਪਸ ਆ ਕੇ ਸਾਰੇ ਸਵਾਲ ਹੋਣਗੇ ਜ਼ਰੂਰ। ਇਹ ਕੱਲਾ ਝੋਨੇ ਦਾ ਮੁੱਦਾ ਨਹੀਂ ਹੈਗਾ, ਇਹ ਪੰਜਾਬ ਦੀ ਆਰਥਿਕਤਾ ਨਾਲ ਜੁੜਿਆ ਹੋਇਆ ਮੁੱਦਾ ਹੈ। ਇਸ ਨੂੰ ਛੋਟਾ ਕਰਕੇ ਨਾ ਸਮਝੋ। ਵਾਪਸ ਆ ਰਹੇ ਕਿਸਾਨਾਂ ਦੀ ਨਸਲ ਤੇ ਫਸਲ ਨੂੰ ਕਿਹੜੇ ਚੱਕਰਾਂ 'ਚ ਪਾ ਰਹੀਆਂ ਨੇ ਸਰਕਾਰਾਂ। ਚੰਨੀ ਸਾਹਿਬ ਤੁਹਾਡੀ ਧਿਰ ਬਹੁਤ ਵੱਡੀ ਹੈ, ਤੁਹਾਡੀ ਧਿਰ ਦੀ ਸਰਕਾਰ ਹੈ ਕੇਂਦਰ ਦੇ ਵਿੱਚ, ਇਹ ਤੁਹਾਡੀ ਵਜ੍ਹਾ ਕਰਕੇ ਦੇਰੀ ਹੋਈ ਹੈ, ਸੂਬਾ ਸਰਕਾਰ ਦੀ ਵਜ੍ਹਾ ਕਰਕੇ ਦੇਰੀ ਹੋਈ ਹੈ, ਜਾਂ ਮੌਸਮ ਦੀ ਵਜ੍ਹਾ ਕਰਕੇ ਦੇਰੀ ਹੋਈ ਹੈ, ਜਾਂ ਕਿਸਾਨ ਸੰਘਰਸ਼ ਚੱਲਦਾ ਪਿਆ ਉਹਦੇ ਕਰਕੇ ਦੇਰੀ ਹੋਈ ਹੈ? ਚਾਰ ਸਵਾਲ ਇਕੱਠੇ ਕਰ ਰਹੇ ਚੰਨੀ ਸਾਹਿਬ, ਇੱਕ ਚੂਜ਼ ਕਰ ਲਓ। ਨਹੀਂ, ਮੈਂ ਸਾਰਿਆਂ ਦੇ ਜਵਾਬ ਦੇ ਦਿੰਦਾ ਹਾਂ। ਦੇਖੋ ਗੱਲ ਇਹ ਹੈਗੀ ਹੈ ਕਿ ਜਿੱਥੋਂ ਤੱਕ ਕੇਂਦਰ ਸਰਕਾਰ ਦਾ ਸੰਬੰਧ ਹੈਗਾ, ਇਹ ਜਿਹੜਾ ਟੋਟਲ ਜਿਹੜਾ ਝੋਨਾ ਹੈਗਾ ਇੱਕ ਇੱਕ ਦਾਣਾ ਉਹ ਕੇਂਦਰੀ ਪੂਲ ਵਾਸਤੇ ਜਿਹੜਾ ਹੈਗਾ ਉਹਦੀ ਪ੍ਰੋਕਿਉਰਮੈਂਟ ਹੁੰਦੀ ਹੈ ਔਰ ਉਹਦੇ ਨੋਰਮਸ ਹੈਗੇ ਨੇ, ਜਿਹਦੇ ਨੋਰਮਸ ਨੂੰ ਵਾਇਲੇਟ ਨਹੀਂ ਕਰਨਾ ਬਣਦਾ ਤੇ ਕੀਤਾ ਨਹੀਂ ਜਾ ਸਕਦਾ। ਔਰ ਇਹਦੀ ਇੱਕ ਹੋਰ ਸਮੱਸਿਆ ਹੈਗੀ ਹੈ, ਜੇ ਆਪਾਂ ਗਿੱਲੀ ਪੈਡੀ ਨੂੰ ਬੋਰੀਆਂ 'ਚ ਪਾ ਕੇ ਚੰਨੀ ਸਾਹਿਬ ਮੈਂ ਤੁਹਾਡੇ ਰੀਜ਼ਨ ਸਾਰੇ ਸੁਣ ਲੂੰਗਾ। ਚੰਨੀ ਸਾਹਿਬ ਆਪਾਂ ਬੈਠੇ ਇਸ ਲਈ ਹੈ। ਚੰਨੀ ਸਾਹਿਬ ਮੈਂ ਚਾਰ ਸਵਾਲ ਕੀਤੇ ਸੀ, ਉਹਨਾਂ ਚਾਰਾਂ ਵਿੱਚੋਂ ਵੱਡਾ ਕਾਰਨ ਕੀ ਹੈ ਸਰ? ਮੈਂ ਉਹ ਪੁੱਛ ਰਿਹਾ। ਦੇਖੋ ਮੈਂ ਕਾਰਨ ਸਿਰਫ ਜਿਹੜਾ ਹੈਗਾ ਮੌਸਮ ਤੇ ਨਮੀ ਦਾ ਕਾਰਨ ਹੈਗਾ। ਬਾਕੀ ਇਹਦੇ ਵਿੱਚ ਸਰਕਾਰਾਂ ਦਾ ਕੋਈ ਰੋਲ ਨਹੀਂਗਾ, ਇਹਦੇ ਵਿੱਚ ਸਰਕਾਰਾਂ ਦਾ ਕੋਈ ਰੋਲ ਨਹੀਂਗਾ, ਮੌਸਮ ਦਾ ਰੋਲ ਹੈ ਚੰਨੀ ਸਾਹਿਬ। ਬਿਲਕੁਲ। ਅੱਛਾ ਚੰਨੀ ਸਾਹਿਬ ਮੈਨੂੰ ਇੱਕ ਚੀਜ਼ ਦੱਸੋ, ਆਪਣਾ ਇੱਕ ਮਿੰਟ ਸਰ। ਚੰਨੀ ਸਾਹਿਬ ਤੁਸੀਂ ਤਾਂ ਬੜੇ ਵੱਡੇ ਅਹੁਦਿਆਂ ਤੇ ਰਹੇ ਹੋ, ਤੁਹਾਨੂੰ ਤਾਂ ਕੱਲੀ ਚੀਜ਼ ਦਾ ਪਤਾ ਹੁੰਦਾ। ਚੰਨੀ ਸਾਹਿਬ ਜਦੋਂ ਆਪਾਂ ਮੌਸਮ ਮਹਿਕਮੇ ਤੋਂ ਸਾਰਾ ਡਾਟਾ ਲੈਂਦੇ ਆ, ਮੈਨੂੰ ਯਾਦ ਹੈ ਜੇ ਤੁਸੀਂ ਸਪੋਰਟਸ ਨੂੰ ਤੁਸੀਂ ਫੋਲੋ ਕਰਦੇ ਹੋ, ਜਦੋਂ ਕੋਈ ਮੈਚ ਹੁੰਦੇ ਆ ਉਹਦਾ ਕੈਲੰਡਰ ਬਣਦਾ, ਉਸ ਕੈਲੰਡਰ ਤੋਂ ਪਹਿਲਾਂ ਮੌਸਮ ਮਹਿਕਮੇ ਨਾਲ ਕੰਟੈਕਟ ਕੀਤਾ ਜਾਂਦਾ, ਪੁੱਛਿਆ ਜਾਂਦਾ ਕਿ ਕਦੋਂ ਕਿਹੋ ਜਿਹਾ ਵੈਦਰ ਰਹੂਗਾ। ਸਾਰੇ ਝੋਨਾ ਐਡਾ ਵੱਡਾ ਇਹ ਇੱਕ ਮੈਂ ਤਾਂ ਇਹਨੂੰ ਕਹੂੰਗਾ ਈਵੈਂਟ ਹੈ, ਇੱਕ ਪੰਜਾਬ ਦੇ ਲਈ, ਹਰਿਆਣੇ ਦੇ ਲਈ, ਕਿਸਾਨਾਂ ਦੇ ਲਈ। ਉਸ ਈਵੈਂਟ ਦੇ ਲਈ ਤੁਹਾਨੂੰ ਵੈਦਰ ਦਾ ਨਹੀਂ ਪਤਾ ਸੀਗਾ। ਤੁਹਾਡੇ ਜਿਹੜੇ ਆ ਸਿਗਨੇਚਰ ਆ 7:15 ਤੇ ਸ਼ਾਮ ਨੂੰ ਹੋ ਰਿਹਾ ਚੰਨੀ ਸਾਹਿਬ, ਇਹ ਕਿਸਾਨਾਂ ਨਾਲ ਮਜ਼ਾਕ ਕੀਤਾ ਜਾ ਰਿਹਾ ਚੰਨੀ ਸਾਹਿਬ। ਦੇਖੋ ਜਿਹੜਾ ਲੇਟ ਇਸ਼ੂ ਹੋਇਆ ਚਿੱਠੀ, ਇਹਦੇ ਤੇ ਮੈਂ ਰਿਗਰੈਟ ਕਰਦਾ ਕਿ ਇਹ ਚਿੱਠੀ ਜਿਹੜੀ ਹੈਗੀ ਆ ਉਹ ਪਹਿਲਾਂ ਇਸ਼ੂ ਹੋਣੀ ਚਾਹੀਦੀ ਸੀਗੀ। ਐਨ ਮੌਕੇ ਤੇ ਜਿਹੜੀ ਇਸ਼ੂ ਹੋਈ ਆ ਉਹ ਨਹੀਂ ਠੀਕ। ਬਾਕੀ ਜਿਸ ਤੱਕ ਆਪਾਂ ਜੇ ਇੱਕ ਦਿਆਨਤਦਾਰੀ ਦੀ ਗੱਲ ਕਰਦੇ ਆ ਜਾਂ ਨੀਅਤ ਦੀ ਗੱਲ ਕਰਦੇ ਆ, ਇਹਦਾ ਜਿਹੜਾ ਲਿੰਕ ਹੈਗਾ ਉਹ ਕਿਸਾਨ ਅੰਦੋਲਨ ਦੇ ਨਾਲ ਨਹੀਂ ਹੈਗਾ, ਕਿਉਂਕਿ ਅੰਦੋਲਨ ਦੇ ਰਾਹੀਂ ਹੀ ਕਣਕ ਦਾ ਦਾਣਾ ਐਵਰ ਟਾਈਮ ਹਾਈਐਸਟ ਮੰਨਿਆ ਜਿਹੜਾ ਪ੍ਰੋਕਿਉਰ ਕੀਤਾ ਔਰ ਦਾਣਾ ਹੀ ਹੁਣ ਚੁੱਕਿਆ ਜਾਏਗਾ ਝੋਨੇ ਦਾ। ਔਰ ਉਹਦੇ ਆਸਤੇ ਜਿਹੜੀ ਕੈਸ਼ ਤੁਸੀਂ ਚੁੱਕ ਲਿਓ ਸਰ, ਚੁੱਕ ਲਿਓ, ਤੁਹਾਡੀ ਜ਼ਿੰਮੇਵਾਰੀ ਆ, ਤੁਸੀਂ ਠੀਕ ਕਹਿ ਰਹੇ ਹੋ। ਚੰਨੀ ਸਾਹਿਬ ਜਿਹੜੇ ਕਿਸਾਨ ਹਰਨੇਕ ਸਿੰਘ ਬੈਠੇ ਤੇ ਕਹਿ ਰਹੇ ਆ ਕਿ ਝੋਨੇ ਦੀ ਫਸਲ ਦਾ ਜੇ ਤੁਸੀਂ ਨਾ ਚੱਕੀ ਤਾਂ 40% ਨੁਕਸਾਨ ਹੋਊਗਾ, ਉਹਦੀ ਭਰਪਾਈ ਕੌਣ ਕਰੂਗਾ ਚੰਨੀ ਸਾਹਿਬ? ਦੇਖੋ ਜਿਹੜਾ ਝੋਨਾ ਹੈਗਾ ਇਹ ਜਾਂ ਇਵਨ ਕਣਕ ਦੇ ਵਿੱਚ ਘਾਟਾ ਦੀ ਪ੍ਰੋਬਲਮ ਉਦੋਂ ਵੀ ਆਉਂਦੀ ਹੈਗੀ ਹੈ, ਜਿਹੜੀਆਂ ਬੇਮੌਸਮੀ ਬਰਸਾਤਾਂ ਹੁੰਦੀਆਂ ਨੇ ਉਹਦੇ ਨਾਲ ਜਿਹੜੀ ਦੇਖੋ ਇਹ ਆਪਣੀ ਜਿਹੜੀ ਪ੍ਰਾਪਰਟੀ ਹੈਗੀ ਆ ਉਹ ਨੈਸ਼ਨਲ ਪ੍ਰਾਪਰਟੀ ਹੈਗੀ ਹੈ। ਜਿਹੜਾ ਝੋਨਾ ਉਹ ਕਿਸੇ ਇੰਡੀਵਿਜੂਅਲ ਦੀ ਪ੍ਰਾਪਰਟੀ ਨਹੀਂ ਹੈਗੀ ਔਰ ਅਸੀਂ ਉਹ ਝੋਨੇ ਦਾ ਇਕੱਲਾ ਝੋਨਾ ਨਹੀਂ ਰੱਖਣਾ ਜਾਂ ਝੋਨਾ ਨਹੀਂ ਵੇਚਣਾ, ਅਸੀਂ ਉਹਦੀ ਮਿਲਿੰਗ ਕਰਾਣੀ ਹੈ, ਉਹਦੇ ਵਿੱਚੋਂ ਚਾਵਲ ਕੱਢਣਾ ਹੈਗਾ, ਉਹਦੇ ਅੱਗੇ ਪੈਰਾਮੀਟਰਸ ਹੈਗੇ ਨੇ। ਮੈਂ ਇਸੇ ਕਰਕੇ ਤਾਂ ਕਹਿ ਰਿਹਾ ਸਰ, ਇਸੇ ਕਰਕੇ ਕਹਿ ਰਿਹਾ ਚੰਨੀ ਸਾਹਿਬ, ਮੈਂ ਤਾਂ ਕਿਸਾਨਾਂ ਦੀ ਗੱਲ ਕਰਦਾ ਪਿਆ ਨਾ। ਨੈਸ਼ਨਲ ਪ੍ਰਾਪਰਟੀ ਹੈ, ਜੇ ਨੈਸ਼ਨਲ ਪ੍ਰਾਪਰਟੀ ਦਾ ਨੁਕਸਾਨ ਹੁੰਦਾ ਉਹਦੀ ਭਰਪਾਈ ਕਰਨ ਵਾਸਤੇ ਕਿਸੇ ਨੂੰ ਤਾਂ ਅੱਗੇ ਆਉਣਾ ਪਊਗਾ ਨਾ। ਜੇ ਕਿਸਾਨਾਂ ਨੁਕਸਾਨ ਹੋ ਰਿਹਾ ਜਾਂ ਤਾਂ ਤੁਸੀਂ ਸਟੇਟ ਤੇ ਸਿੱਟ ਦਿਓ ਕਿ ਭਾਈ ਤੁਸੀਂ ਕਰਨਾ ਹੈ। ਨਹੀਂ ਜੇ ਇੱਕ ਮਿੰਟ, ਜੇ ਫੇਰ ਵੀ ਕੋਈ ਇਦਾਂ ਦੀ ਗੱਲ ਹੋਏਗੀ ਉਹਦਾ ਇੱਕ ਵੱਖਰਾ ਜਿਹੜਾ ਹੈਗਾ ਫੈਸਲਾ ਲਿਆ ਜਾਊਗਾ। ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਕਿ ਜਿੱਥੇ ਜਿਵੇਂ ਜਸਟਾਰ ਹਰਨੇਕ ਸਿੰਘ ਕਹਿ ਰਹੇ ਆ ਕਿ ਕਈ ਜਗ੍ਹਾ ਤੇ ਬਾਰਿਸ਼ ਘੱਟ ਹੈਗੀ ਹੈ ਜਾਂ ਉੱਥੇ ਜਿਹੜੀ ਹੈਗੀ ਹੈ ਨਮੀ ਘੱਟ ਹੈਗੀ ਹੈ, ਉਹ ਸਟੇਟ ਗਵਰਨਮੈਂਟ ਨੂੰ ਚਾਹੀਦਾ ਹੈ ਆਪਦੀਆਂ ਏਜੰਸੀਆਂ ਦੇ ਰਾਹੀਂ ਇੱਕ ਰਿਪੋਰਟ ਸਬਮਿਟ ਕਰਨ ਕਿ ਇੱਥੇ ਨਮੀ ਘੱਟ ਹੈਗੀ ਹੈ। ਸਿਲੈਕਟਿਵ ਪ੍ਰੋਕਿਉਰਮੈਂਟ ਜਿਹੜੀ ਹੈਗੀ ਹੈ ਉਹ ਪ੍ਰੀਪੋਨ ਹੋ ਸਕਦੀ ਹੈ, ਉਹ ਹੋ ਸਕਦੀ ਹੈ। ਕੋਈ ਕਿਸੇ ਦਾ ਵੈਰੀ ਨਹੀਂ ਹੈਗਾ ਕਿ ਪ੍ਰੋਕਿਉਰਮੈਂਟ ਨਹੀਂ ਕਰਨੀ। ਠੀਕ ਹੈ ਚੰਨੀ ਸਾਹਿਬ, ਠੀਕ ਹੈ ਚੰਨੀ ਸਾਹਿਬ ਵਾਪਸ ਆ ਜਾਊਗਾ ਤੁਹਾਡੇ ਕੋਲ।
ਅਰਸ਼ਪ੍ਰੀਤ ਖੜਿਆਲ ਇਹ ਕਹਿ ਰਿਹਾ ਕਿ ਸਟੇਟ ਗਵਰਨਮੈਂਟ ਇੱਕ ਸੂਚੀ ਤਿਆਰ ਕਰੇ, ਜੇ ਮੌਸਮ ਕਰਕੇ ਸਾਰੀ ਦੇਰੀ ਕੀਤੀ ਜਾ ਰਹੀ ਹੈ ਤੁਸੀਂ ਇੱਕ ਖਰੜਾ ਤਿਆਰ ਕਰਕੇ ਉਹਨਾਂ ਨੂੰ ਦਿਓ, ਕਿੱਥੇ ਕਿੱਥੇ ਕਿਹੜੇ ਕਿਸਾਨ ਦਾ ਨੁਕਸਾਨ ਹੋ ਰਿਹਾ, ਕਿੱਥੇ ਕਿੰਨਾ ਕਿੰਨਾ ਮੋਇਸਚਰ ਹੈ, ਕਿੱਥੋਂ ਫਸਲ ਚੱਕੀ ਜਾ ਸਕਦੀ ਹੈ, ਕਿੱਥੋਂ ਨਹੀਂ ਚੱਕੀ ਜਾ ਸਕਦੀ, ਜਾਂ ਜਿਹੜਾ ਨੁਕਸਾਨ ਹੋ ਰਿਹਾ ਕਿਸਾਨ ਦਾ ਉਹਦੀ ਭਰਪਾਈ ਕਿਵੇਂ ਕੀਤੀ ਜਾ ਸਕਦੀ ਹੈ। ਅਰਸ਼ਪ੍ਰੀਤ ਖੜਿਆਲ ਬਿਲਕੁਲ, ਇਹ ਇਟਸ ਅ ਗੁੱਡ ਆਈਡੀਆ, ਇਹ ਚੀਜ਼ ਤੇ ਵਰਕ ਕੀਤਾ ਜਾਊਗਾ। ਦੂਜੀ ਚੀਜ਼ ਇਹ ਹੈ ਕਿ ਇਹ ਕਹਿ ਰਹੇ ਹੈ ਕਿ ਮੀਂਹ ਪਿਆ ਆ ਹੋਇਆ, ਅੱਜ ਤੋਂ ਪਹਿਲਾਂ ਇਨ ਦਾ ਹਿਸਟਰੀ ਇਹ ਚੀਜ਼ ਨਹੀਂ ਹੋਈ, ਕਿਉਂਕਿ ਪਹਿਲੇ ਹਫਤੇ ਤੱਕ ਆਮ ਤੌਰ ਤੇ ਅਕਤੂਬਰ ਚ ਮੀਂਹ ਪੈਂਦਾ ਰਹਿੰਦਾ ਹੁੰਦਾ, ਇਟਸ ਨਾਟ ਅ ਬਿਗ ਡੀਲ। ਲੇਕਿਨ ਕਦੇ ਵੀ ਜਿਹੜੀ ਪ੍ਰੋਕਿਉਰਮੈਂਟ ਹੈ ਉਹਨੂੰ ਪੋਸਟਪੋਨ ਨਹੀਂ ਕੀਤਾ ਜਾਂਦਾ ਸੀਗਾ। ਇਹਦਾ ਕਾਰਨ ਇਹ ਹੈ ਕਿ ਜਿਹੜਾ ਕਿਸਾਨ ਐਜੀਟੇਟ ਕਰ ਰਿਹਾ, ਪ੍ਰੋਟੈਸਟ ਕਰ ਰਿਹਾ ਹੈ, ਉਹਦਾ ਰਿਪਲਾਈ ਦੇ ਰਹੀ ਹੈ ਸੈਂਟਰ ਗਵਰਨਮੈਂਟ। ਦੂਜੀ ਗੱਲ, ਇਹਨਾਂ ਨੇ ਕਿਹਾ ਮੀਂਹ ਬਹੁਤ ਪਿਆ, ਲੇਕਿਨ ਹਰੇਕ ਹਰੇਕ ਡਿਸਟ੍ਰਿਕਟ, ਹਰੇਕ ਕੰਸਟੀਚੁਐਂਸੀ ਚ ਨਹੀਂ ਪਿਆ, ਸਾਰੇ ਏਰੀਆ ਚ ਨਹੀਂ ਪਿਆ, ਕੁਝ ਏਰੀਆਜ਼ ਹੈ ਜਿੱਥੇ ਪਿਆ, ਤੇ ਜਿਹੜੇ ਰਿਮੇਨਿੰਗ ਹੈ ਉੱਥੇ ਪ੍ਰੋਕਿਉਰਮੈਂਟ ਬਾਰੇ ਇਹਨਾਂ ਦਾ ਕੀ ਕਹਿਣਾ, ਮੈਂ ਜਵਾਬ ਇਹਨਾਂ ਤੋਂ ਲੈਣਾ ਚਾਹੂੰਗਾ। ਤੀਜੀ ਗੱਲ, ਪੰਜਾਬ ਵਾਸ ਆਲ ਸੈਟ ਟੂ ਪ੍ਰੋਕਿਉਰ। ਚੰਨੀ ਸਾਹਿਬ ਨੇ ਖੁਦ ਇਸ ਚੀਜ਼ ਦੀ ਰਿਕੁਐਸਟ ਕੀਤੀ ਹੈ ਪ੍ਰਧਾਨ ਮੰਤਰੀ ਸਾਹਿਬ ਨੂੰ ਕਿ ਕਾਈਂਡਲੀ ਵਿਡਰਾ ਕੀਤਾ ਜਾਵੇ ਲੈਟਰ, ਤੇ ਪ੍ਰੋਕਿਉਰਮੈਂਟ ਹੋਣੀ ਬੜੀ ਜ਼ਰੂਰੀ ਹੈ, ਬਿਕੋਜ਼ ਕਿਸਾਨਾਂ ਦਾ ਨੁਕਸਾਨ ਹੋਊਗਾ। ਬੜੀ ਟਾਈਮਿੰਗ ਹੁੰਦੀ ਹੈ, ਮੈਨੇਜਮੈਂਟ ਹੁੰਦੀ ਹੈ, ਪੈਸੇ ਦੇਣੇ ਹੁੰਦੇ ਹੈ, ਲੈਣੇ ਹੁੰਦੇ ਹੈ, ਬੜਾ ਕੁਝ ਹੁੰਦਾ ਹੈ। ਦੇਖੋ ਉਹ ਸਾਰਾ ਕੁਝ ਕਨਫਿਊਜ਼ਨ ਹੋਊਗੀ, ਉੱਥੇ ਡਿਸਟੋਰਟ ਹੋਊਗਾ, ਤਾਂ ਨੁਕਸਾਨ ਬਹੁਤ ਵੱਡਾ ਹੈ। ਸੈਂਟਰ ਦੀ ਦੋ ਚੀਜ਼ਾਂ ਇੱਥੇ, ਜਿਹੜਾ 11th ਆਰ ਤੇ ਇਹਨਾਂ ਨੇ ਇਨਫੋਰਮ ਕੀਤਾ, ਜਾਂ ਤਾਂ ਇਹ ਨੈਗਲੀਜੈਂਸ ਹੈ ਕਿ ਇਹ ਪਹਿਲਾਂ ਦੱਸ ਨਹੀਂ ਸਕੇ, ਜਾਂ ਇਹਨਾਂ ਨੇ ਔਨ ਪਰਪਸ ਕੀਤਾ। ਇਹ ਦੋਵੇਂ ਹੀ ਹਾਲਾਤਾਂ ਦੇ ਵਿੱਚ ਬੀਜੇਪੀ ਨੂੰ ਇਸਤੀਫਾ ਦੇਣਾ ਚਾਹੀਦਾ ਕਿਸਾਨਾਂ ਦੇ ਪ੍ਰਤੀ ਇਹ ਰਵੱਈਆ ਰੱਖਣ ਦੇ ਕਾਰਨ। ਨਾਲੇ ਕਿਸਾਨ ਹਿਤੈਸ਼ੀ ਉਹਨਾਂ ਦਾ ਦੂਰ ਦੀ ਗੱਲ ਹੈ, ਕਿਸਾਨ ਵਿਰੋਧੀ ਸਰਕਾਰ ਹੈ, ਬਿਕੋਜ਼ ਨਹੀਂ ਤਾਂ ਇਹਨਾਂ ਨੂੰ ਦੱਸਣਾ ਚਾਹੀਦਾ ਸੀਗਾ। ਤੇ ਇਹ ਚੀਜ਼ ਦਾ ਜਵਾਬ ਜ਼ਰੂਰ ਪੁੱਛੋ ਇਹਨਾਂ ਨੂੰ ਕਿ ਤੁਸੀਂ 11th ਆਰ ਤੇ ਇਨਫੋਰਮ ਕਿਉਂ ਕੀਤਾ, ਪਹਿਲਾਂ ਕਿਉਂ ਨਹੀਂ ਕੀਤਾ, ਉਹਦਾ ਕਾਰਨ ਸੀ ਨੈਗਲੀਜੈਂਸ, ਜਾਂ ਫਿਰ ਉਹਦਾ ਕਾਰਨ ਸੀਗਾ ਤੁਸੀਂ ਜਾਣ ਕੇ ਲੇਟ ਕੀਤਾ। ਦੋਵੇਂ ਹਾਲਾਤਾਂ 'ਚ ਫਸਦੇ ਆਏ। ਠੀਕ ਹੈ, ਮੈਨੂੰ ਇੱਕ ਚੀਜ਼ ਦੱਸੋ, ਅਕਾਲੀ ਦਲ ਤੁਹਾਡੇ ਬਾਰੇ ਕਹਿ ਰਿਹਾ ਹੈ ਕਿ ਤੁਹਾਡੇ ਕੋਲ ਨਾ ਬਾਰਦਾਨਾ, ਨਾ ਤੁਸੀਂ ਟੈਂਡਰ ਕੀਤੇ ਹੋਏ ਆ, ਤੁਹਾਡੇ ਬੰਦੋਬਸਤ ਪੂਰੇ ਨਹੀਂ ਹੈਗੇ ਸੀਗੇ, ਤੁਸੀਂ ਰਿਕੁਐਸਟ ਕੀਤੀ ਹੈ ਕੇਂਦਰ ਸਰਕਾਰ ਨੂੰ। ਦੇਖੋ ਅਕਾਲੀ ਦਲ ਜੇ ਕਹਿ ਰਹੇ ਚੀਜ਼ ਨੂੰ, ਤਾਂ ਉਹਨਾਂ ਨੂੰ ਇਸ ਚੀਜ਼ ਨੂੰ ਪ੍ਰੂਵ ਕਰਨ ਲਈ ਕੋਈ ਐਵੀਡੈਂਸ ਵੀ ਰੱਖਣਾ ਚਾਹੀਦਾ ਸੀ। ਜੇ ਐਵੀਡੈਂਸ ਹੈ ਨਹੀਂ, ਮਤਲਬ ਇਹਦਾ ਇਹ ਹੈ ਕਿ ਹਵਾ 'ਚ ਗੱਲ ਕਹੀ ਵੀ ਹੈ, ਜੋ ਇਹਨਾਂ ਦਾ ਕਸੂਰ ਵੀ ਨਹੀਂ। ਪਹਿਲਾਂ ਵੀ ਬਹੁਤ ਚੀਜ਼ ਹਵਾ 'ਚ ਕਹਿ ਦਿੰਦੇ ਆ, ਬਾਅਦ 'ਚ ਪ੍ਰੂਵ ਕਰਦੇ ਹੈ। ਤਾਂ ਮੈਂ ਤੁਹਾਨੂੰ ਸਿਰਫ ਇਹ ਚੀਜ਼, ਇਹ ਸਾਹਿਬ ਨੇ ਪ੍ਰੂਵ ਕਰਤਾ ਕਿ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ, ਤਾਂ ਕਿ ਆਪਣਾ ਸਾਰੇ ਲੋਕਾਂ ਨੂੰ ਇਸ ਚੀਜ਼ ਦਾ ਇਲਮ ਤਾਂ ਹੋਵੇ ਵੀ ਚੰਨੀ ਸਾਹਿਬ ਨੇ ਖੁਦ ਰਿਕੁਐਸਟ ਕੀਤੀ ਹੈ ਮੋਦੀ ਸਾਹਿਬ ਨੂੰ। ਨਾਲੇ ਜਦੋਂ ਡਿਜੀਟਾਈਜੇਸ਼ਨ ਆਫ ਐਮਐਸਪੀ ਦਾ ਪਹਿਲਾ ਰੌਲਾ ਪਿਆ ਸੀਗਾ ਪਿਛਲੀ ਵਾਰੀ, ਜਦੋਂ ਸੈਂਟਰ ਨੇ ਕਿਹਾ ਪ੍ਰੋਕਿਉਰਮੈਂਟ ਨਹੀਂ ਅਸੀਂ ਕਰਾਂਗੇ ਜੇ ਡਿਜੀਟਾਈਜੇਸ਼ਨ ਪੰਜਾਬ ਨਹੀਂ ਕਰੂ, ਉਦੋਂ ਵੀ ਕਾਂਗਰਸ ਨੇ ਠੋਕ ਕੇ ਵਿਰੋਧ ਕੀਤਾ ਸੀ, ਵਿਚ ਇਜ਼ ਅ ਪ੍ਰੂਫ ਆਫ ਦਾ ਫੈਕਟ ਕਿ ਕਾਂਗਰਸ। ਮੈਨੂੰ ਇੱਕ ਚੀਜ਼ ਦੱਸ ਦਿਓ ਖੜਿਆਲ ਸਾਹਿਬ, ਇੱਕ ਚੀਜ਼ ਦੱਸ ਦਿਓ ਮੈਨੂੰ ਇੱਕ ਚੀਜ਼ ਦੱਸ ਦਿਓ ਖੜਿਆਲ ਸਾਹਿਬ, ਤੁਹਾਡੇ ਬੰਦੋਬਸਤ ਪੂਰੇ ਹੈ, ਤੁਹਾਡੇ ਵੱਲੋਂ ਕੋਈ ਕਮੀ ਪੇਸ਼ੀ ਨਹੀਂ? ਕੋਈ ਕਮੀ ਪੇਸ਼ੀ ਨਹੀਂ, ਸਭ ਕੁਝ ਪੂਰਾ ਠੀਕ ਹੈ। ਹਾਂ ਹਰਨੇਕ ਸਿੰਘ ਜੀ ਇਹ ਕਹਿ ਰਹੇ ਸਾਡੇ ਵੱਲੋਂ ਕੋਈ ਕਮੀ ਪੇਸ਼ੀ ਨਹੀਂ, ਕੇਂਦਰ ਸਰਕਾਰ ਵੱਲੋਂ ਹੋਇਆ ਜੋ ਕੁਝ ਹੋਇਆ। ਮਿਸਟਰ ਹਰਨੇਕ ਖੜਿਆਲ ਸਾਹਿਬ ਸ਼੍ਰੋਮਣੀ ਅਕਾਲੀ ਦਲ ਤੋਂ ਮੰਗ ਰਹੇ ਨੇ ਕਿ ਕੋਈ ਉਹਦਾ ਸਬੂਤ ਦਿਓ। ਖੜਿਆਲ ਸਾਹਿਬ ਸ਼ਾਇਦ ਤੁਹਾਨੂੰ ਪਤਾ ਹੋਵੇਗਾ, ਜਦੋਂ ਪਿਛਲੀ ਕਣਕ ਅਸੀਂ ਕਿਸਾਨਾਂ ਨੇ ਤਲਾਈ ਏ, ਹਰ ਆੜਤੀਏ ਨੇ ਆਪਦੇ ਕੋਲੋਂ 5-5 7-7 ਲੱਖ ਰੁਪਏ ਦਾ ਬਾਰਦਾਨਾ ਲੈ ਕੇ ਕਿਸਾਨਾਂ ਦੀ ਕਣਕ ਤੋਲੀ ਹੈ। ਸਰਕਾਰ ਨੇ ਉਹਨਾਂ ਨੂੰ ਬਾਰਦਾਨਾ ਮੁਹੱਈਆ ਨਹੀਂ ਕਰਵਾਇਆ। ਜਿਹੜੇ ਅਜੇ ਤੱਕ ਆੜਤੀਆਂ ਨੂੰ ਉਹ ਪੈਸੇ ਬਾਰਦਾਨੇ ਦੇ ਮਿਲੇ ਨਹੀਂ। ਬਹੁਤ ਸਾਰੇ ਆੜਤੀਆਂ ਨੇ ਉਹ ਪੈਸੇ ਕਿਸਾਨਾਂ ਦੇ ਕੱਟ ਲਏ ਨੇ ਕਿ ਜਦੋਂ ਸਾਨੂੰ ਸਰਕਾਰ ਪੈਸੇ ਦੇਵੇਗੀ ਬਾਰਦਾਨੇ ਦੇ, ਅਸੀਂ ਤੁਹਾਨੂੰ ਦੇ ਦੇਵਾਂਗੇ। ਤਾਂ ਇਸ ਗੱਲ ਤੋਂ ਤੁਸੀਂ ਨਹੀਂ ਮੁੱਕਰ ਸਕਦੇ। ਹੁਣ ਤੁਹਾਡੀਆਂ ਕੀ ਤਿਆਰੀਆਂ ਨੇ ਇਹਦਾ ਪਤਾ ਲੱਗੇਗਾ ਝੋਨਾ ਮੰਡੀ 'ਚ ਆਉਣ ਤੋਂ ਬਾਅਦ। ਪਰ ਪਿਛਲੇ ਸਮੇਂ ਤੁਸੀਂ ਇਹਦੇ 'ਚ ਨਾਕਾਮਯਾਬ ਰਹੇ ਜੇ ਕਣਕ ਦੀ ਖਰੀਦ ਕਰਨ 'ਚ, ਤੁਹਾਨੂੰ ਮੰਨਣਾ ਪਏਗਾ। ਨਹੀਂ ਹਰਨੇਕ ਸਿੰਘ ਜੀ ਮੈਨੂੰ ਇੱਕ ਸਵਾਲ ਦਾ ਜਵਾਬ ਦਿਓ ਤੁਸੀਂ, ਇਹ ਮੌਸਮ ਦੀ ਵਜ੍ਹਾ ਜਾਂ ਸੂਬਾ ਸਰਕਾਰ ਦੇ ਬੰਦੋਬਸਤ ਪੂਰੇ ਨਹੀਂ ਸੀ ਉਹ ਵਜ੍ਹਾ, ਜਾਂ ਕਿਸਾਨ ਅੰਦੋਲਨ ਵਜ੍ਹਾ? ਸੂਬਾ ਸਰਕਾਰ ਦੇ ਬੰਦੋਬਸਤ ਪੂਰੇ ਨਹੀਂ। ਕੇਂਦਰ ਦੀ ਸਰਕਾਰ ਸਾਨੂੰ ਇਹ ਸੁਨੇਹਾ ਦੇਣਾ ਚਾਹੁੰਦੀ ਏ ਕਿ ਜਦੋਂ ਤੁਸੀਂ ਸਾਡੇ ਨਾਲ ਲੜ ਰਹੇ ਹੋ ਕਿ ਖੇਤੀ ਨੀਤੀ ਹੈ ਜਿਹੜੀ ਉਹਨੂੰ ਸੁਧਾਰ ਕਰਕੇ ਲਾਗੂ ਕੀਤੀ ਜਾਵੇ, ਤਾਂ ਅਸੀਂ ਜਿਹੜੇ ਕਦਮ ਬਾ ਕਦਮ ਕਿਸਾਨੀ ਦਾ ਬੇੜਾ ਗਰਕ ਕਰਨ ਵਾਸਤੇ ਅੱਗੇ ਵਧ ਰਹੇ ਹਾਂ। ਕੱਲਾ ਇਹ ਪ੍ਰੋਕਿਉਰਮੈਂਟ ਦਾ ਨਹੀਂਗਾ, ਪਿਛਲੇ ਸਮੇਂ ਤੇ ਕਿਸਾਨਾਂ ਤੋਂ ਜਮਾਬੰਦੀਆਂ ਮੰਗੀਆਂ ਗਈਆਂ, ਉਹਨਾਂ ਦਾ ਰਿਕਾਰਡ ਮੰਗਿਆ ਗਿਆ। ਠੀਕ ਹੈ। ਖਾਤਿਆਂ 'ਚ ਪੈਸਿਆਂ ਪਾਉਣ ਵਾਸਤੇ ਆੜਤੀਆਂ ਨੂੰ ਇੰਨਾ ਪਰੇਸ਼ਾਨ ਕੀਤਾ ਗਿਆ ਕਿ ਉਹਨਾਂ ਦੇ ਵਿੱਚੋਂ ਬਹੁਤ ਵੱਡੀ ਗਿਣਤੀ ਜਿਹੜੇ ਆੜਤੀਏ ਨੇ ਉਹ ਆੜਤ ਛੱਡਣ ਤੱਕ ਆ ਗਏ। ਚਲੋ ਮੈਂ ਵਾਪਸ ਆ ਜਾਊਂਗਾ ਹਰਨੇਕ ਸਿੰਘ ਜੀ, ਵਾਪਸ ਆ ਜਾਊਂਗਾ। ਠੀਕ ਹੈ, ਮੈਂ ਵਾਪਸ ਆ ਜਾਊਂਗਾ। ਕਿ ਸਾਨੂੰ ਕਿਸਾਨਾਂ ਦਾ
ਕੋਈ ਉਹਨਾਂ ਦੇ ਐਜੂਕੇਸ਼ਨ ਦਾ ਫਿਕਰ ਨਹੀਂ। ਚਲੋ ਠੀਕ ਹੈ। ਹਰਜੀਤ ਸਿੰਘ ਭੁੱਲਰ, ਇਹ ਕਿਸਾਨਾਂ ਨੂੰ ਇਸ ਵਕਤ ਇਹੋ ਜਿਹੇ ਚੱਕਰਾਂ 'ਚ ਪਾਇਆ ਹੋਇਆ, ਤੁਸੀਂ ਸੂਬਾ ਸਰਕਾਰ ਤੇ ਇਲਜ਼ਾਮ ਲਾ ਰਹੇ ਹੋ, ਕੇਂਦਰ ਸਰਕਾਰ ਤੇ ਲਾ ਰਹੇ ਹੋ, ਵਿਰੋਧੀ ਧਿਰ ਵਿੱਚ ਬਹਿ ਕੇ ਇਲਜ਼ਾਮ ਲਾਉਣੇ ਬੜੇ ਸੌਖੇ ਹੁੰਦੇ ਆ। ਜੋ ਤੁਸੀਂ ਖੁਦ ਸੱਤਾ ਵਿੱਚ ਰਹਿੰਦੇ ਹੋ, ਉਦੋਂ ਕਿਸਾਨਾਂ ਦੇ ਕੀ ਹਾਲਾਤ ਹੁੰਦੇ, ਉਦੋਂ ਵੀ ਬਾਰਦਾਨਾ ਨਹੀਂ ਮਿਲਦਾ ਪਿਆ ਸੀਗਾ, ਉਦੋਂ ਵੀ ਟੈਂਡਰ ਨਹੀਂ ਹੁੰਦੇ ਪਏ ਸੀਗੇ। ਹੁਣ ਤੁਹਾਨੂੰ ਮੋਇਸਚਰ, ਬਾਰਦਾਨਾ, ਝੋਨੇ, ਟਰਾਲੀਆਂ ਤੱਕ ਯਾਦ ਆ ਗਈਆਂ, ਐਫਸੀ ਦੇ ਗੇਟ ਮੂਹਰੇ ਲੈ ਜਾਓ। ਇਸ ਤਰ੍ਹਾਂ ਹੈ ਕਿ ਤੁਸੀਂ ਵਾਹਵਾ ਸਾਰਿਆਂ ਦੀ ਗੱਲਾਂ ਬਾਤਾਂ ਸੁਣ ਕੇ ਉਸ ਤੋਂ ਬਾਅਦ ਮੈਨੂੰ ਮੌਕਾ ਦਿੱਤਾ ਬੋਲਣ ਦਾ। ਹਾਲਾਂਕਿ ਅਸੀਂ ਇਹ ਪੁਆਇੰਟ ਚੱਕਿਆ ਤੇ ਤੁਹਾਨੂੰ ਸਭ ਤੋਂ ਪਹਿਲਾਂ ਸਾਨੂੰ ਬੁਲਾਉਣਾ ਚਾਹੀਦਾ ਇਹਦੇ ਵਿੱਚ, ਔਰ ਉਸ ਤੋਂ ਬਾਅਦ ਬਾਕੀਆਂ ਦੇ ਜਵਾਬ ਲੈਂਦੇ ਵੀ ਉਹ ਜਵਾਬ ਕੀ ਦਿੰਦੇ ਆ। ਹੁਣ 1 ਬਾਏ 1 ਮੈਂ ਕਰੂੰਗਾ, ਮੈਨੂੰ ਵਿੱਚ ਟੋਕਿਓ ਨਾ, ਤੁਸੀਂ ਆਪਣਾ ਕੋਈ ਹੋਰ ਸਵਾਲ ਨਾ ਪੈਦਾ ਕਰੋ। ਬੋਲੋ। ਆਪਾਂ ਕੱਲ ਇੱਕ ਡਿਬੇਟ ਕੀਤੀ ਸੀ ਜਿਹਦੇ ਵਿੱਚ ਕੈਪਟਨ ਸਾਹਿਬ ਦੇ ਉੱਤੇ ਸੀ ਵੀ ਕੈਪਟਨ ਸਾਹਿਬ ਅਮਿਤ ਸ਼ਾਹ ਨੂੰ ਮਿਲੇ, ਕੈਪਟਨ ਸਾਹਿਬ ਫਲਾਣੇ ਨੂੰ ਮਿਲੇ, ਔਰ ਕੈਪਟਨ ਸਾਹਿਬ ਨੇ 에ਅਰਪੋਰਟ ਤੇ ਉਤਰਦੇ ਹੀ ਗੱਲ ਕੀਤੀ ਮੈਂ ਕਿਸਾਨਾਂ ਬਾਰੇ ਗੱਲ ਕਰਕੇ ਆਇਆ, ਜਿਹੜੇ ਧਰਨੇ ਤੇ ਬੈਠੇ ਨੇ ਉਹਨਾਂ ਬਾਰੇ ਗੱਲ ਕਰਕੇ ਆਇਆ। ਹੁਣ ਆ ਨਿਕਲ ਕੇ ਆਇਆ ਵੀ ਕੈਪਟਨ ਸਾਹਿਬ ਤੇ ਜਿਹੜੀ ਪੰਜਾਬ ਸਰਕਾਰ ਬਣੀ ਉਹਨੂੰ ਠਿੱਬੀ ਲਾਉਣ ਵਾਸਤੇ ਸੈਂਟਰ 'ਚ ਮਿਲਦੇ ਫਿਰਦੇ ਸੀਗੇ ਵੀ ਇਹਨੂੰ ਕਿਸ ਤਰ੍ਹਾਂ ਠਿੱਬੀ ਲਾਈ ਜਾ ਸਕੇ, ਜਿਹੜੀ ਸਰਕਾਰ ਟੁੱਟਣ ਕਿਨਾਰੇ ਹੀ ਹੈ, ਜਿਹੜੀ ਇਹਦੇ ਬਣੀ ਵੀ ਨਹੀਂ, ਜਿਹਨੇ ਸਵਾਦ ਵੀ ਨਹੀਂ ਵੇਖਿਆ ਕੁਰਸੀ ਦਾ। ਕੈਪਟਨ ਸਾਹਿਬ ਤੇ ਉਹਦੇ ਬਾਰੇ ਵਿਉਂਤਬੰਦੀ ਬਣਾ ਕੇ ਅਮਿਤ ਸ਼ਾਹ ਨੂੰ ਤੇ ਸਾਰਿਆਂ ਨੂੰ ਮਿਲ ਕੇ ਆਏ ਵੀ ਉਹਦਾ ਕਿਸ ਤਰ੍ਹਾਂ ਆਪਾਂ ਬੇੜਾ ਗਰਕ ਕਰ ਸਕਦੇ ਹਾਂ। ਤਾਂ ਕਰਕੇ ਸੈਂਟਰ ਨੇ ਲਾਸਟ ਮੋਡ ਤੇ ਜਾ ਕੇ ਪੰਜਾਬ ਦੇ ਕਿਸਾਨਾਂ ਦੀ ਪਿੱਠ 'ਚ ਛੁਰਾ ਮਾਰਿਆ ਔਰ ਮਿਲੀ ਭੁਗਤਣਾ ਮਾਰਿਆ, ਔਰ ਦੂਜੇ ਪਾਸੇ ਜਿਹੜੀ ਪੰਜਾਬ ਦੀ ਸਰਕਾਰ ਹੈ ਉਹ ਤੇ ਆਪਣੇ ਜੁੱਤੋਂ ਪਾਣੀ ਹੋਈ ਜਾਂਦੇ ਆ। ਉਹਨਾਂ ਦਾ ਪ੍ਰਧਾਨ ਕਿਸੇ ਪਾਸੇ ਭੱਜਿਆ ਫਿਰਦਾ, ਜਿਹੜੇ ਮੰਤਰੀ ਨੇ ਉਹਨਾਂ ਦਾ ਪਤਾ ਨਹੀਂ ਲੱਗ ਰਿਹਾ ਕਿਹੜਾ ਅਸਤੀਫਾ ਦੇਣ ਨੂੰ ਫਿਰਦਾ, ਕਿਹੜਾ ਮੰਤਰੀ ਦੇ ਹੈਗਾ, ਕਿਹਨੇ ਕੁਰਸੀ ਸਾਂਭਲੀ, ਕਿਹਨੇ ਨਹੀਂ ਸਾਂਭਲੀ। ਉਹ ਤੇ ਕੁਰਸੀਆਂ ਪਿੱਛੇ ਤੁਰੇ ਫਿਰਦੇ ਆ। ਜੇ ਉਹਨਾਂ ਨੂੰ ਧਿਆਨ ਹੁੰਦਾ, ਅੱਜ ਬਾਰਦਾਨਾ ਵੀ ਹੁੰਦਾ, ਅੱਜ ਮੰਡੀਆਂ ਦੇ ਵਿੱਚ ਸਾਰਾ ਕੁਝ ਚੱਕਿਆ ਵੀ ਜਾਂਦਾ, ਜੇ ਥੋੜੀ ਜਿਹੀ ਕੋਆਰਡੀਨੇਸ਼ਨ ਹੁੰਦੀ ਇਹਨਾਂ ਦੀ ਤੇ ਪ੍ਰੋਪਰ ਵਿੱਚ ਕੰਮ ਚੱਲ ਰਿਹਾ ਹੁੰਦਾ। ਦੇਖੋ ਜੀ, ਸੈਂਟਰ ਦੀ ਸਰਕਾਰ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜੇ ਪੰਜਾਬ ਦੇ ਕਿਸਾਨ ਨੇ, ਕਿਉਂਕਿ ਇਹਨਾਂ ਨੇ ਮੂਵਮੈਂਟ ਚਲਾਈ ਹੈ, ਇਹਨਾਂ ਨੇ ਮੂਵਮੈਂਟ ਨੂੰ ਅੱਗੇ ਲੈ ਕੇ ਗਏ ਨੇ, ਇਹਨਾਂ ਨੂੰ ਕਿਤੇ ਨਾ ਕਿਤੇ ਪਿੱਛੇ ਤੱਕਣਾ ਚਾਹੁੰਦੀ ਹੈ। ਔਰ ਮੇਰਾ ਸਭ ਤੋਂ ਵੱਡਾ ਸਵਾਲ ਹੈ ਚੰਨੀ ਸਾਹਿਬ ਨੂੰ, ਨਾਲ ਹੀ ਹਰਿਆਣਾ ਲੱਗਦਾ, ਹਰਿਆਣਾ ਕਿਉਂ ਨਹੀਂ ਕਰਤਾ ਤੁਸੀਂ? ਉੱਥੇ ਮੀਂਹ ਨਹੀਂ ਪਏ? ਨਹੀਂ, ਉੱਥੇ ਹਰਿਆਣੇ 'ਚ ਵੀ ਇਹੀ ਹੈ। ਨਹੀਂ, ਹਰਿਆਣੇ ਦੇ ਵਿੱਚ ਇਸ ਟਾਈਮ ਚੱਕੇ ਜਾ ਰਹੇ ਆ, ਉੱਥੇ ਚੱਲ ਰਿਹਾ ਕੰਮ। ਨਹੀਂ, ਮਿਸਟਰ ਚੜੂਨੀ ਨੇ ਉੱਥੇ ਅਨਾਉਂਸ ਕੀਤਾ ਹੈ ਜੇਜੇਪੀ ਬੀਜੇਪੀ ਨੂੰ ਘੇਰਨਾ, ਅਸੀਂ ਉੱਥੇ ਅਨਾਉਂਸ ਕੀਤਾ। ਗੱਲ ਇਸ ਤਰ੍ਹਾਂ ਹੈ ਕਿ ਉੱਥੇ ਕੰਮ ਚੱਲ ਰਿਹਾ ਹੈ, ਲੇਕਿਨ ਪੰਜਾਬ ਤੇ ਇਹ ਕੁਝ ਚੱਲਿਆ ਹੀ ਨਹੀਂ ਨਾ, ਬੰਦ ਹੀ ਕਰਤਾ। ਔਰ ਉਹ ਸਭ ਤੋਂ ਵੱਡੀ ਜ਼ਿੰਮੇਵਾਰੀ ਜਿਹੜੀ ਹੈ ਸਾਡੀ, ਜਿਹੜੀ ਕੇਂਦਰ ਸਰਕਾਰ ਤੇ ਹੈ ਹੀ ਹੈ, ਜਿਹੜੀ ਸਟੇਟ ਗਵਰਨਮੈਂਟ ਇਹ ਵੀ ਪੂਰੀ ਜ਼ਿੰਮੇਵਾਰ ਹੈ। ਚਲੋ ਮੈਂ ਇਹ ਸਵਾਲ ਲੈ ਲੈਣਾ ਮਿਸਟਰ ਭੁੱਲਰ ਤੁਹਾਡਾ, ਮੈਨੂੰ ਇੱਕ ਸਵਾਲ ਦਾ ਜਵਾਬ ਦਿਓ ਤੁਸੀਂ। ਕੈਪਟਨ ਸਾਹਿਬ ਨੇ ਇਹ ਚਿੱਠੀ ਕਢਵਾਤੀ ਹੈ, ਤੁਸੀਂ ਇਹ ਕਹਿਣਾ ਚਾਹ ਰਹੇ ਹੋ? ਦੇਖੋ, ਉੱਥੇ ਜਾ ਕੇ ਕੋਈ ਨਾ ਕੋਈ ਤੇ ਕਹਾਣੀ ਬਣੀ ਹੈ, ਔਰ ਕੈਪਟਨ ਸਾਹਿਬ ਨੇ ਜਿਹੜਾ ਉੱਤਰ ਕੇ ਬੜੇ ਕੌਨਫੀਡੈਂਸ ਨਾਲ ਕਿਹਾ ਕਿ ਮੈਂ ਆ ਕਰਕੇ ਆਇਆ, ਔਰ ਜਿਸ ਕੌਨਫੀਡੈਂਸ ਨਾਲ ਉਤਰੇ ਫਿਰਦੇ ਆ, ਉਹ ਕਿਤੇ ਨਾ ਕਿਤੇ ਜਿਹੜੀ ਪੰਜਾਬ ਦੀ ਇਹਨਾਂ ਦੀ ਅੱਧ ਬਣੀ ਸਰਕਾਰ ਹੈ ਅਜੇ, ਜਿਹਨੂੰ ਅਜੇ ਮਤਲਬ ਪੂਰੀ ਤਰ੍ਹਾਂ ਤੁਰਨੀ ਵੀ ਨਹੀਂ ਸ਼ੁਰੂ ਹੋਈ, ਉਹਨੂੰ ਕਿਤੇ ਨਾ ਕਿਤੇ ਠਿੱਪੀ ਦੇਣੀ ਚਾਹੁੰਦੇ ਨੇ। ਨਹੀਂ, ਤੁਸੀਂ ਇਹਦਾ ਮਤਲਬ ਮਿਸਟਰ ਚੰਨੀ ਦੀ ਸਰਕਾਰ ਨੂੰ ਕਲੀਨ ਚਿਟ ਦੇ ਰਹੇ ਹੋ, ਉਹਨਾਂ ਦੇ ਬੰਦੋਬਸਤ ਪੂਰੇ ਸੀਗੇ, ਤੁਹਾਡੇ ਪ੍ਰਧਾਨ ਦਾ ਕਹਿ ਰਹੇ ਨੇ ਬੰਦੋਬਸਤ ਨਹੀਂ ਪੂਰੇ ਸੀਗੇ। ਬੰਦੋਬਸਤ ਸਾਰੇ ਪੂਰੇ ਹੋਣ, ਲੇਕਿਨ ਲਾਸਟ ਮਿੰਟ ਤੇ ਅਗਰ ਕੋਈ ਡਿਸੀਜਨ ਲਿਆ ਗਿਆ ਤੇ ਇਹਦਾ ਮਤਲਬ ਬੰਦੋਬਸਤ ਸੀਗੇ ਨਾ, ਲੇਕਿਨ ਸਿਰਫ ਔਰ ਸਿਰਫ ਕਿਸਾਨਾਂ ਨੂੰ ਜਿਹੜਾ ਰੋਲਣ ਵਾਸਤੇ ਇਹ ਡਿਸੀਜਨ ਲਿਆ ਗਿਆ। ਚਲੋ ਮੈਂ ਥੋੜਾ ਬ੍ਰੇਕ ਲਊਂਗਾ, ਬ੍ਰੇਕ ਤੋਂ ਵਾਪਸ ਆਵਾਂਗੇ। ਕਿਸਾਨ ਸੰਘਰਸ਼, ਸਰਕਾਰੀ ਖਰੀਦ ਤੇ ਸਿਆਸੀ ਖਿਲਾਰਾ, ਇਹਦੇ ਵਿੱਚ ਕਿਸਾਨ ਕੀ ਕਰੂਗਾ, ਸਵਾਲ ਇਹੀ ਹੈ। ਵਾਪਸ ਆ ਰਹੇ। ਕਿਸਾਨਾਂ ਦੀ ਨਸਲ ਤੇ ਫਸਲ ਨੂੰ ਕਿਹੜੇ ਚੱਕਰਾਂ 'ਚ ਪਾ ਰਹੀਆਂ ਨੇ ਸਰਕਾਰਾਂ? ਹਰਜੀਤ ਭੁੱਲਰ, ਤੁਸੀਂ ਇੱਥੇ ਐਫਸੀਆਈ ਨੂੰ ਤਾਂ ਘੇਰ ਲਿਆ, ਮੈਨੂੰ ਲੱਗਦਾ ਕੇਂਦਰ ਸਰਕਾਰ ਨੂੰ ਤੁਹਾਡੇ ਲੀਡਰ ਬਰੀ ਕਰਦੇ ਪਿਆ। ਨਹੀਂ, ਬਿਲਕੁਲ ਬਰੀ ਨਹੀਂ ਕਰ ਰਹੇ ਅਸੀਂ, ਇਸ ਕਰਕੇ ਕਹਿ ਰਹੇ ਹਾਂ ਕੇਂਦਰ ਸਰਕਾਰ ਦੀ ਮਿਲੀ ਭੁਗਤ ਤਾਂ ਹੋਈ ਹੈ ਕਿ ਕੇਂਦਰ ਸਰਕਾਰ ਦਾ ਜਿਹੜਾ ਬਣਦਾ ਪੈਸਾ ਸੀਗਾ ਉਹ ਪੰਜਾਬ ਸਰਕਾਰ ਨੂੰ ਟ੍ਰਾਂਸਫਰ ਕਰ ਚੁੱਕੇ ਹੈ, ਲੇਕਿਨ ਲਾਸਟ ਮਿੰਟ ਤੇ ਜਾ ਕੇ ਅੱਧੀ ਰਾਤ ਨੂੰ ਜਿਹੜਾ ਆਪਣੇ ਕਹਿੰਦੇ ਨਾ ਮੋਦੀ ਜੀ ਵਾਲਾ ਤਰੀਕਾ ਹੈ ਵੀ 8 ਵਜੇ ਰਾਤ ਨੂੰ ਤੁਸੀਂ ਟੀਵੀ ਤੇ ਆ ਕੇ ਜਿਹੜਾ ਇੱਕ ਨਵੀਂ ਕਹਾਣੀ ਸੁਣਾ ਦਿਓ ਤੇ ਉਸ ਬਾਅਦ ਸਭ ਕੁਝ ਬੰਦ ਕਰ ਦਿਓ, ਦੁਨੀਆ ਨੂੰ ਸਾਰੀ ਨੂੰ ਹਿਲਾ ਕੇ ਰੱਖ ਦਿਓ। ਉਹ ਕਿਸਾਨਾਂ ਦੇ ਉੱਤੇ ਜਿਹੜਾ ਆ ਮਾਰੂ ਕੰਮ ਕੀਤਾ ਉਹਨਾਂ ਨੇ ਅੱਧੀ ਰਾਤ ਨੂੰ ਇਸੇ ਕਰਕੇ ਕੀਤਾ ਗਿਆ ਵੀ ਕਿਸਾਨ ਜਿਹੜਾ ਝੋਨਾ ਲੈ ਕੇ ਅੱਜ ਟਰਾਲੀਆਂ ਭਰ ਕੇ ਮੰਡੀਆਂ 'ਚ ਬੈਠਾ ਹੈ, ਅੱਧੀ ਰਾਤ ਨੂੰ ਬੰਦ ਕਰ ਦਿਓ ਉਸ ਚੀਜ਼ ਨੂੰ ਤੁਸੀਂ, ਔਰ ਉਹਨਾਂ ਨੂੰ ਸਾਰਾ ਇਫੈਕਟ ਹੋਵੇ। ਔਰ ਉਹਦੇ ਵਿੱਚ ਕਿਤੇ ਨਾ ਕਿਤੇ ਪੰਜਾਬ ਸਰਕਾਰ ਵੀ ਇਨਵੋਲਡ ਹੈ, ਔਰ ਪੰਜਾਬ ਸਰਕਾਰ ਪੂਰੀ ਜ਼ਿੰਮੇਵਾਰ ਹੈ, ਕਿਉਂਕਿ ਆਪਣੀ ਜ਼ਿੰਮੇਵਾਰੀ ਸਾਂਭਦੇ ਹੋਏ ਇਹਨਾਂ ਨੂੰ ਜਿਹੜਾ ਕੰਮ ਕਰਨਾ ਚਾਹੀਦਾ ਸੀਗਾ, ਇਹ ਉਨੀ ਦੇਰ ਕੁਰਸੀਆਂ ਦੇ ਪਿੱਛੇ ਘੁੰਮੀਏ ਨੇ, ਭਾਵੇਂ ਇਹਨਾਂ ਦਾ ਪ੍ਰਧਾਨ ਹੈ, ਭਾਵੇਂ ਇਹਨਾਂ ਦਾ ਮੁੱਖ ਮੰਤਰੀ ਹੈ। ਠੀਕ ਹੈ, ਅਰਸ਼ਵੀ ਖੜਿਆਲ ਤੁਹਾਡੇ ਕੇ ਦੋ ਸਵਾਲ ਕਰ ਰਿਹਾ ਮੈਂ, ਇੱਕ ਚੂਜ਼ ਤੁਹਾਨੂੰ ਕਰਨਾ ਹੀ ਪੈਣਾ, ਮੈਨੂੰ ਲੱਗਦਾ ਕਰੋਗੇ ਤੁਸੀਂ। ਚੰਨੀ ਸਰਕਾਰ ਦੇ ਬੰਦੋਬਸਤਾਂ ਵਿੱਚ ਕਮੀ ਹੈ ਜਾਂ ਕੈਪਟਨ ਸਰਕਾਰ ਨੇ ਜਾਂ ਕੈਪਟਨ ਅਮਰਿੰਦਰ ਸਿੰਘ ਨੇ, ਸੌਰੀ ਮੈਂ ਸਰਕਾਰ ਕਹਿ ਰਿਹਾ, ਮੈਨੂੰ ਤਾਂ ਇਹ ਸਰਕਾਰ ਹੀ ਲੱਗਦੇ ਪਿਆ, ਉਹ ਜੋ ਕੈਪਟਨ ਅਮਰਿੰਦਰ ਸਿੰਘ ਨੇ ਉੱਥੇ ਜਾ ਕੇ ਕਰਤਾ ਤੁਹਾਨੂੰ ਉਹਨਾਂ ਦੀ ਜ਼ਿੰਮੇਵਾਰੀ ਲੱਗਦੀ ਹੈ ਜੋ ਮਿਸਟਰ ਭੁੱਲਰ ਇਲਜ਼ਾਮ ਲਗਾ ਰਹੇ? ਦੇਖੋ, ਫੈਕਟ ਬੇਸਡ ਜੇ ਮੈਂ ਗੱਲ ਕਰਾਂ, ਦੋਵੇਂ ਸਵਾਲਾਂ ਦਾ ਜਵਾਬ ਦਿੰਦਾ ਕਿ ਤਿਆਰੀ ਪੂਰੀ ਸੀ, 100% ਸੀ, 99% ਵੀ ਨਹੀਂ। ਚੰਨੀ ਸਾਹਿਬ ਉਹ ਵਿਅਕਤੀ ਨੇ ਜਿਹੜੇ ਥੱਲੋਂ ਉੱਠੇ ਨੇ, ਉਹਨਾਂ ਨੂੰ ਪਤਾ ਗਰਾਊਂਡ ਲੈਵਲ ਤੇ ਸਰਕਮਸਟੈਂਸਸ ਕੀ ਰਹਿੰਦੀਆਂ ਹੈ, ਕੀ ਮੁਸੀਬਤਾਂ ਨੇ, ਕਿਸਾਨਾਂ ਨੂੰ ਮਿਲਦੇ ਰਹੇ ਆ, ਕਿ ਤਿਆਰੀ ਦੇ ਵਿੱਚ ਕੋਈ ਕਮੀ ਪੇਸ਼ੀ ਨਹੀਂ ਸੀ। ਦੂਜੀ ਗੱਲ, ਕੈਪਟਨ ਸਾਹਿਬ ਦਾ ਮਿਲਣਾ, ਪਹਿਲੀ ਗੱਲ ਤਾਂ ਕੈਪਟਨ ਸਾਹਿਬ ਉੱਥੇ ਗਏ, ਉਹਨਾਂ ਨੇ ਸਪੈਸੀਫਾਈ ਕਰਤਾ ਵੀ ਮੈਂ ਰਿਪੀਲ ਆਫ ਫਾਰਮ ਲਾਜ਼ ਡਿਮਾਂਡ ਕੀਤਾ, ਮੈਂ ਡਿਮਾਂਡ ਕੀਤਾ ਐਮਐਸਪੀ ਦੀ ਗਾਰੰਟੀ ਮਿਲੇ,
ਇਹ ਐਗਜ਼ੈਕਟਲੀ ਆਪੋਜ਼ਿਟ ਕਹਿ ਰਹੇ ਹੋ ਉਸ ਚੀਜ਼ ਨੂੰ। ਹੁਣ ਇੱਕ ਮੈਂ ਚੀਜ਼ ਕਹਿਣਾ ਹੈ, ਕੈਪਟਨ ਸਾਹਿਬ ਦੀ ਕਈ ਗੱਲ ਨੂੰ ਤਾਂ ਮੀਡੀਆ ਵੀ ਐਜ਼ ਪ੍ਰੂਫ ਪੇਸ਼ ਕਰ ਸਕਦਾ ਹੈ, ਟਵੀਟ ਪੇਸ਼ ਕਰ ਸਕਦਾ ਹੈ, ਚੀਜ਼ਾਂ ਜਿਹੜੀਆਂ ਇਹ ਚੀਜ਼ ਵੱਲ ਪੁਆਇੰਟ ਕਰਦੀਆਂ। ਤੁਸੀਂ ਜਿਹੜੀ ਚੀਜ਼ ਕਹਿ ਰਹੇ ਹੋ ਕਿ ਕੈਪਟਨ ਸਾਹਿਬ ਨੇ ਆਹ ਚੀਜ਼ ਕਰਵਾਈ, ਇਹਦਾ ਮੈਨੂੰ ਇੱਕ ਪ੍ਰੂਫ ਦੱਸ ਦਿਓ, ਮੈਂ ਐਡਮਿਟ ਕਰ ਲੂੰਗਾ। ਭੁੱਲਰ ਸਾਹਿਬ ਹੈਗਾ ਪ੍ਰੂਫ ਤੁਹਾਡੇ ਕੋਲ? ਗੱਲ ਇਸ ਤਰ੍ਹਾਂ ਆ ਰਿਹਾ ਹੈ ਹਰਨੇਕ ਕਿ ਜੀ। ਤੁਹਾਡੇ ਕੋਲ ਕਿਹੜਾ ਪ੍ਰੂਫ ਹੈਗਾ ਉਹਨਾਂ ਦੇ ਆਪਣੀ ਜ਼ਬਾਨੀ ਕਹਿਣ ਤੋਂ ਸਿਵਾਏ ਵੀ ਜਿਹੜਾ ਉਹਨਾਂ ਨੇ ਇਹਨਾਂ ਬਾਰੇ ਗੱਲ ਕੀਤੀ ਹੋਊਗੀ? ਤੁਸੀਂ ਉੱਥੇ ਬੈਠੇ ਸੀ। ਅਰਸ਼ਪ੍ਰੀਤ ਖੜਿਆਲ, ਸਿਆਸਤ ਦੇ ਵਿੱਚ ਨਾ ਜੋ ਹੁੰਦਾ ਉਹ ਦਿਖਦਾ ਨਹੀਂ ਹੁੰਦਾਗਾ, ਜੋ ਦਿਖਦਾ ਉਹ ਹੁੰਦਾ ਨਹੀਂਗਾ। ਅਸਲ ਵਿੱਚ ਪਰਦੇ ਪਿੱਛੇ ਸਾਰੀ ਇਹ ਕਹਾਣੀ ਰਚੀ ਜਾਂਦੀ ਹੈ। ਜੇ ਅਕਾਲੀ ਦਲ ਇਲਜ਼ਾਮ ਲਗਾ ਰਿਹਾ, ਮੈਂ ਅਕਾਲੀ ਦਲ ਨੂੰ ਛੱਡ ਦਿਓ, ਤੁਸੀਂ ਅਕਾਲੀ ਦਲ ਨੂੰ ਛੱਡ ਦਿਓ, ਅਕਾਲੀ ਦਲ ਨੂੰ ਛੱਡ ਦਿਓ। ਮੈਨੂੰ ਇੱਕ ਸਵਾਲ ਦਾ ਤੁਸੀਂ ਇਮਾਨਦਾਰ ਨਾਲ ਜਵਾਬ ਦੇ ਦਿਓ ਕਿ ਕੈਪਟਨ ਅਮਰਿੰਦਰ ਸਿੰਘ ਫਾਰਮ ਲਾਜ਼ ਰਿਪੀਲ ਕਰਵਾ ਸਕਦੇ ਆ ਜਾਂ ਅਮਿਤ ਸ਼ਾਹ ਨੇ ਉਹਨਾਂ ਨੂੰ ਖਾਲੀ ਹੱਥ ਮੋੜਤਾ? ਦੇਖੋ, ਪਹਿਲੀ ਗੱਲ ਕਰਵਾ ਸਕਦੇ ਆ, ਨਹੀਂ ਕਰਵਾ, ਡੈਫੀਨਿਟਲੀ ਕਰਵਾ ਸਕਦੇ ਆ, ਉਹਨਾਂ ਦੀ ਸਿਗਨੀਫੀਕੈਂਸ ਹੈ। ਫਿਰ ਮੁੱਖ ਮੰਤਰੀ ਹੁੰਦਿਆਂ ਕਿਉਂ ਨਹੀਂ ਕਰਵਾ ਸਕੇ? ਮੁੱਖ ਮੰਤਰੀ ਹੁੰਦਿਆਂ ਕਿਉਂ ਨਹੀਂ ਕਰਵਾ ਸਕੇ ਖੜਿਆਲ ਸਾਹਿਬ? ਸਰਬ ਪਾਰਟੀ ਵਫਦ ਜਾ ਕੇ ਮਿਲਵਾ ਨਹੀਂ ਸਕੇ ਉੱਥੇ? ਉਹਨੂੰ ਮੈਂ ਜਵਾਬ ਦੇ ਰਿਹਾ। ਪਹਿਲੀ ਗੱਲ ਸੀਗਾ ਮੰਤਰੀ ਹੁੰਦੇ ਕਿਉਂ ਨਹੀਂ ਕਰਵਾ ਸਕੇ? ਉਹਨਾਂ ਨੇ ਐਂਟੀ ਫਾਰਮ ਬਿਲਸ 20 ਅਕਤੂਬਰ 2020 ਨੂੰ ਪਾਸ ਕੀਤੇ, ਅਟੈਂਪਟ ਕੀਤਾ। ਦੂਜੀ ਗੱਲ, ਗਵਰਨਰ ਨੇ ਉਹਦਾ ਅਸੈਂਟ ਨਹੀਂ ਦਿੱਤਾ। ਤੀਜੀ ਗੱਲ, ਕੈਪਟਨ ਸਾਹਿਬ ਹੁਣ ਮਿਲੇ, ਭੁੱਲਰ ਸਾਹਿਬ ਕਹਿ ਰਹੇ ਨੇ ਕਿ ਆਪਾਂ ਨੂੰ ਕੀ ਪਤਾ ਵੀ ਅੰਦਰ ਕੀ ਗੱਲਬਾਤ ਹੋਈ। ਜੇ ਨਹੀਂ ਪਤਾ ਤੁਹਾਨੂੰ, ਫਿਰ ਤੁਸੀਂ ਆਹ ਇਲਜ਼ਾਮ ਕਿਵੇਂ ਲਾ ਸਕਦੇ ਹੋ ਵੀ ਉਹਨਾਂ ਨੇ ਆਹ ਚੀਜ਼ ਕਰਵਾਈ? ਇਹਦਾ ਵੀ ਇਲਜ਼ਾਮ ਨਹੀਂ ਲਾ ਸਕਦੇ ਨਾ ਤੁਸੀਂ। ਜੇ ਮੇਰੀ ਗੱਲ ਨੂੰ ਤੁਸੀਂ ਨਹੀਂ ਕੰਸੀਡਰ ਕਰੋਗੇ ਕਿ ਐਮਐਸਪੀ ਦੀ ਗਾਰੰਟੀ ਮੰਗੀ, ਫਾਰਮ ਲਾਜ਼ ਨੂੰ ਰਿਪੀਲ ਕਰਨ ਦੀ ਡਿਮਾਂਡ ਕੀਤੀ, ਜੋ ਸੱਚ ਨਹੀਂ ਤਾਂ ਵੀ ਸੱਚ ਨਹੀਂ ਹੋ ਸਕਦਾ, ਤੁਹਾਨੂੰ ਪਤਾ ਨਹੀਂ। ਤੀਜੀ ਗੱਲ, ਚਲੋ ਇਹ ਗੱਲ ਏਪੀਜੀ, ਇੱਕ ਮਿੰਟ ਬੋਲੋ। ਕੈਪਟਨ ਸਾਹਿਬ ਨੇ ਡਿਮਾਂਡ ਰੱਖੀ, ਉਹਨਾਂ ਨੇ ਇਸ ਚੀਜ਼ ਦਾ ਟਵੀਟ ਕੀਤਾ, ਇਹ ਸਰਕੂਲੇਟ ਹੋਇਆ ਪੂਰੇ ਸੋਸ਼ਲ ਮੀਡੀਆ ਤੇ, ਪੂਰੇ ਆਪਣਾ ਹਿੰਦੁਸਤਾਨ 'ਚ ਹੋਇਆ। ਇਹਦਾ ਇੱਕ ਚੀਜ਼ ਤਾਂ ਹੈ, ਅਟੈਂਪਟ ਕਰ ਰਹੇ ਆ, ਕੋਸ਼ਿਸ਼ ਕਰ ਰਹੇ ਆ। ਉਹਨੂੰ ਇਫ ਇਟ ਵਿਲ ਰੀਪ ਅ ਫਰੂਟ, ਦੈਟ ਇਜ਼ ਫॉर ਦ ਗਵਰਨਮੈਂਟ ਟੂ ਡਿਸਾਈਡ। ਉਹ ਤਾਂ ਲੋਕ ਸਭਾ ਦੇ ਵਿੱਚ ਪੋਸੀਬਲ ਹੈ, ਸਾਡੇ ਕੋਲ ਮੈਜੋਰਿਟੀ ਨਹੀਂ, ਲੇਕਿਨ ਕੋਸ਼ਿਸ਼ ਅਸੀਂ ਪਹਿਲਾਂ ਵੀ ਕਰ ਰਹੇ ਸੀ, ਅੱਜ ਵੀ ਕਰ ਰਹੇ ਹਾਂ ਤੇ ਅੱਗੇ ਵੀ ਕਰਦੇ ਰਵਾਂਗੇ। ਚਲੋ ਠੀਕ ਹੈ। ਚੰਨੀ ਸਾਹਿਬ ਤੁਸੀਂ ਇੱਕ ਕਹਤਾ ਵੀ ਰਿਗਰੈਟ ਆ ਸਾਨੂੰ। ਚੰਨੀ ਸਾਹਿਬ ਇੱਕ ਚੀਜ਼ ਤਾਂ ਸਾਫ਼ ਕਰ ਦਿਓ ਨਾ, ਇਹ ਨੈਗਲੀਜੈਂਸ ਹੈ ਕਿ ਨਹੀਂ ਹੈ? ਇਹ ਕਾਂਗਰਸ ਦਾ ਸਵਾਲ ਹੈ ਤੁਹਾਨੂੰ ਚੰਨੀ ਸਾਹਿਬ। ਦੇਖੋ, ਗੱਲ ਇਹ ਹੈਗੀ ਹੈ, ਇਹ ਇੱਕ ਤਾਂ ਜਿਹੜਾ ਬੇਮੌਸਮੀ ਬਰਸਾਤ ਦੇ ਨਾਲ ਨਮੀ ਦੇ ਕਾਰਨ ਕਰਕੇ ਇਹ ਜਿਹੜਾ ਇਹਨਾਂ ਭਾਰਤ ਸਰਕਾਰ ਦਾ ਫੈਸਲਾ ਹੋ ਰਿਹਾ। ਦੂਜੀ ਗੱਲ ਇਹ ਹੈਗੀ ਹੈ, ਮੈਂ ਚੰਨੀ ਸਾਹਿਬ ਮਾਫ ਕਰਨਾ, ਚੰਨੀ ਸਾਹਿਬ ਮਾਫ ਕਰਨਾ, ਮੈਂ ਤੁਹਾਨੂੰ ਸਵਾਲ ਕਰ ਰਿਹਾ। ਚੰਨੀ ਸਾਹਿਬ ਇਹ ਪਹਾੜ ਤਾਂ ਹੈ ਨਹੀਂਗਾ, ਪਤਾ ਨਹੀਂ ਲੱਗਣਾ ਵੀ ਕਿਹੜੇ ਵੇਲੇ ਡਿੱਗ ਪੈਣਾ ਇਹਨੇ ਜਾਂ ਕੁਦਰਤੀ ਕਰੋਪੀ ਆ ਗਈ। ਚੰਨੀ ਸਾਹਿਬ ਇਹ ਤਾਂ ਵੈਦਰ ਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਚੰਨੀ ਸਾਹਿਬ, ਜਾਂ ਮੌਸਮ ਤੁਹਾਡੇ ਸੂਟ ਨਹੀਂ ਕਰਦਾ ਪਿਆ ਕਿਸਾਨਾਂ ਕਰਕੇ? ਨਹੀਂ, ਜਿਹੜੀ ਸਟੈਂਡਿੰਗ ਕ੍ਰੌਪ ਹੈ ਉਹਦੇ ਵਿੱਚ ਵੀ ਨਮੀ ਹੈਗੀ ਹੈ। ਜਦੋਂ ਤੁਸੀਂ ਆਪ ਵੀ ਸ਼ੁਰੂ ਦੇ ਵਿੱਚ ਕਿਹਾ ਸੀਗਾ ਕਿ ਫਸਲ ਕੱਟਣ ਵਾਲੀ ਨਹੀਂ ਹੈਗੀ, ਕੰਬਾਈਨਾਂ ਨਹੀਂ। ਸਰ ਮੈਂ ਤਾਂ ਤੁਹਾਡਾ ਹਵਾਲਾ ਦਿੱਤਾ ਸੀ ਸਰ, ਮੈਂ ਨਹੀਂ ਕਹਿ ਰਿਹਾਗਾ, ਮੈਨੂੰ ਪਤਾ ਸਰ। ਕਿਸਾਨ ਤਾਂ ਅਗਲੀ ਫਸਲ ਬੀਜੀ ਬੈਠੇ ਆ, ਉਹਨਾਂ ਨੇ ਆਲੂ ਬੀਜ ਲਿਆ ਸਰ। ਚੰਨੀ ਸਾਹਿਬ ਜਾਓ ਨਾ ਖੇਤਾਂ 'ਚ, ਦੇਖੋ ਜਾ ਕੇ। ਨਹੀਂ ਦੇਖੋ, ਜਾਂ ਤਾਂ ਤੁਸੀਂ ਗੱਲ ਬੋਲੋ ਚੰਨੀ ਸਾਹਿਬ, ਬੋਲੋ। ਮੈਂ ਕਹਿ ਰਿਹਾ ਕਿ ਦੇਖੋ, ਕਿਸੇ ਵੇਲਾ ਸੀਗਾ ਕਿ ਜਦੋਂ ਸਾਡੀ ਜਿੰਨੀ ਕਣਕ ਔਰ ਚੌਲ ਹੁੰਦਾ ਸੀਗਾ ਉਹ ਇੱਥੇ ਮੁਲਕ ਦੇ ਵਿੱਚ ਲੱਗਦਾ ਸੀ। ਹੁਣ ਅਸੀਂ ਇੱਕ ਸਰਪਲਸ ਕੰਟਰੀ ਹੈ। ਸਰਪਲਸ ਕੰਟਰੀ ਹੋਣ ਕਰਕੇ ਸਾਨੂੰ ਇਹ ਐਕਸਪੋਰਟ ਵੀ ਕਰਨਾ ਪੈਂਦਾ। ਪਿੱਛੇ ਜੇ ਬੜੀ ਲੰਬੀ ਚੌੜੀ ਐਕਸਪੋਰਟ ਹੋਈ ਹੈ। ਐਕਸਪੋਰਟ ਕਰਨ ਵਾਸਤੇ ਸਾਨੂੰ ਸਰਟਨ ਜਿਹੜੀ ਕੁਆਲਿਟੀ ਹੈਗੀ ਹੈ ਉਹ ਮੇਨਟੇਨ ਕਰਨੀ ਪੈਂਦੀ ਹੈ, ਨਹੀਂ ਤਾਂ ਜਿਹੜਾ ਇੰਟਰਨੈਸ਼ਨਲ ਟ੍ਰੇਡ ਦੇ ਵਿੱਚ ਤੁਸੀਂ ਜਾ ਕੇ ਵੇਚ ਨਹੀਂ ਸਕਦੇ। ਉਹ ਜਿਹੜੇ ਨੋਰਮਸ ਹੈਗੇ ਨੇ, ਉਹ ਨੋਰਮਸ ਪੂਰੇ ਜਿਹੜੇ ਕਰਾਣੇ ਨੇ। ਇੱਕ ਮਿੰਟ ਹੋਰ, ਜਿਹੜੀਆਂ ਸਟੇਟ ਦੀਆਂ ਪ੍ਰੋਕਿਉਰਮੈਂਟ ਏਜੰਸੀਆਂ ਨੇ 5-6, ਇਹਨਾਂ ਦਾ ਇੱਕ ਫਰਜ਼ ਬਣਦਾ ਹੈ ਕਿ ਇਹਨਾਂ ਨੇ ਉਹ ਨੋਰਮਸ ਨੂੰ ਠੀਕ ਰੱਖ ਕੇ ਪ੍ਰੋਕਿਉਰ ਕਰਕੇ ਸਾਂਭ ਸੰਭਾਲ ਦੇ ਪੈਸੇ ਇਹਨਾਂ ਨੂੰ ਮਿਲਦੇ ਨੇ। ਔਰ ਇਹ ਪ੍ਰੋਕਿਉਰਮੈਂਟ ਦਾ ਸਾਰੀ ਟੋਟਲ ਦਾਣਾ ਚੰਨੀ ਸਾਹਿਬ ਮੈਨੂੰ ਥੋੜਾ ਜਿਹਾ ਸਮਝਾ ਦਿਓ। ਔਰ ਜਿਸ ਤਰ੍ਹਾਂ ਕਿ ਚੰਨੀ ਸਾਹਿਬ ਥੋੜਾ ਜਿਹਾ ਸਮਝਾ ਦਿਓ। ਚੰਨੀ ਸਾਹਿਬ ਥੋੜਾ ਜਿਹਾ ਸਮਝਾ ਦਿਓ ਸਰ। ਚੰਨੀ ਸਾਹਿਬ ਥੋੜਾ ਸਰ, ਮੈਂ ਤੁਹਾਡੇ ਸਵਾਲ ਨਾਲ ਅੱਗੇ ਵਧਣਾ ਸਰ। ਐਫਸੀ ਬਹੁਤ ਵੱਡੀ ਏਜੰਸੀ ਹੈ ਸਰ, ਸਰਕਾਰੀ ਏਜੰਸੀ ਹੈ। ਜਿਹੜਾ ਤੁਸੀਂ ਕਿਹਾ ਕਿ ਸਟੇਟ ਦੀਆਂ ਜਿਹੜੀਆਂ ਏਜੰਸੀਆਂ ਹੈਗੀਆਂ, ਸਟੇਟ ਦੀਆਂ ਏਜੰਸੀਆਂ ਨੇ ਤੁਹਾਨੂੰ ਦੱਸਿਆ ਸੀਗਾ ਇਸ ਵਕਤ ਝੋਨਾ ਜਿਹੜਾ ਉਹ ਆਪਾਂ ਨਾ ਖਰੀਦੀਏ, ਇਸ ਵਕਤ ਮੋਇਸਚਰ ਹੈ ਜਾਂ ਖਰਾਬ ਹੈ, ਜਿਹੜੀ ਵਰਲਡ ਲੈਵਲ ਤੇ ਅਸੀਂ ਉਹਨੂੰ ਜਾ ਕੇ ਵੇਚਣਾ ਹੈ, ਉਹਦੇ ਵਿੱਚ ਸਾਨੂੰ ਦਿੱਕਤਾਂ ਆਉਣਗੀਆਂ। ਸਟੇਟ ਦੀਆਂ ਏਜੰਸੀਆਂ ਨੇ ਕਿਸੇ ਨੇ ਤੁਹਾਡੇ ਨਾਲ ਕੰਟੈਕਟ ਕੀਤਾ ਸੀ, ਕੋਈ ਕੋਆਰਡੀਨੇਸ਼ਨ ਹੋਈ ਸੀ ਸਰ? ਚੰਨੀ ਸਾਹਿਬ ਇਹ ਅੱਜ ਖੁਲਾਸਾ ਕਰ ਦੇਣਾ ਸਰ। ਇਹ ਡੈਫੀਨਿਟ ਜਿਹੜੇ ਸਾਇੰਟਿਸਟ ਹੈਗੇ ਆ, ਵੈਦਰ ਰਿਪੋਰਟਸ ਵਾਲੇ ਨੇ, ਉਹਨਾਂ ਸਾਰਿਆਂ ਨੇ ਇੱਕ ਰਿਪੋਰਟ ਬਣਾ ਕੇ ਸਬਮਿਟ ਕੀਤੀ, ਜਿਸ ਬੇਸ ਤੇ ਫੈਸਲਾ ਹੋਇਆ। ਪਰ ਜੇ ਸਟੇਟ ਏਜੰਸੀਆਂ ਕਹਿੰਦੀਆਂ ਕਿ ਅਸੀਂ ਵਿਦਨ ਦੀ ਨੋਰਮਸ, ਵਿਦਨ ਸਪੈਸੀਫਿਕੇਸ਼ਨ ਅਸੀਂ ਪ੍ਰੋਕਿਉਰ ਕਰਕੇ ਦਿੰਦੇ ਆ, ਤਾਂ ਕੋਈ ਉਹਨਾਂ ਨੂੰ ਮਨਾ ਨਹੀਂ ਕਰਦਾ। ਇਹ ਡੇਟ ਪ੍ਰੀਪੋਨ ਹੋ ਜਾਏਗੀ। ਮੈਂ ਤਾਂ ਪਹਿਲਾਂ ਹੀ ਕਿਹਾ ਕਿ ਸਿਲੈਕਟਿਵਲੀ ਵੀ ਸ਼ੁਰੂ ਹੋ ਸਕਦੀ ਹੈ, ਸਟੇਟ ਦੇ ਵਿੱਚ ਵੀ ਸ਼ੁਰੂ ਹੋ ਸਕਦੀ ਹੈ। ਪਰ ਜਿੱਥੋਂ ਤੱਕ ਇਹਨਾਂ ਦੀ ਗੱਲ ਆਪਾਂ ਦੇਖਿਆ, ਜਿੱਦਾਂ ਸਾਹਿਬ ਸਿੰਘ ਕਹਿ ਰਹੇ ਸੀ, ਜੋ ਪਿਛਲੀ ਵਾਰੀ ਕਣਕ ਦੇ ਵਿੱਚ ਬਾਰਦਾਨੇ ਦਾ ਮਾੜਾ ਹਾਲ ਹੋਇਆ,
ਉਹ ਇਹਨਾਂ ਦੀ ਤਿਆਰੀ ਇਟ ਸਪੀਕਸ ਅਬਾਊਟ देयर ਪ੍ਰੀਪੇਅਰਡਨੈਸ ਕਿੰਨੀ ਕੁ ਹੈ। ਚਲੋ ਚਲੋ ਠੀਕ ਹੈ। ਹਰਨੇਕ ਸਿੰਘ ਜੀ, ਹੁਣ ਇਹਦੇ ਵਿੱਚ ਅਸੀਂ ਦੋਸ਼ੀ ਕਿਹਨੂੰ ਮੰਨੀਏ? ਇੱਕ ਤਾਂ ਇਹ ਕਹਿ ਰਿਹਾ ਕਿ ਵਰਲਡ ਲੈਵਲ ਦੇ ਉੱਤੇ ਜਾ ਕੇ ਅਸੀਂ ਸਾਰਾ ਕੁਝ ਕਰਨਾ ਹੁੰਦਾ ਇਹ, ਉਦੋਂ ਮੈਨੂੰ ਤੁਹਾਡੇ ਵੱਲੋਂ ਜਿਹੜੇ ਜ਼ਿਕਰ ਕੀਤੇ ਗਏ ਫਾਰਮ ਲਾਸ ਦਾ ਜ਼ਿਕਰ ਮੇਰੇ ਸਾਹਮਣੇ ਆ ਜਾਂਦਾ ਹੈ ਕਿ ਕੁਆਲਿਟੀ ਅਸੀਂ ਮੇਨਟੇਨ ਕਰਨੀ ਹੈ। ਉਹਦਾ ਮੈਨੂੰ ਥੋੜਾ ਹਿੱਸਾ ਲੱਗਦਾ ਹੈ ਜੋ ਚੰਨੀ ਸਾਹਿਬ ਸਟੇਟਮੈਂਟ ਦੇ ਰਿਹਾ। ਹਰਨੇਕ ਸਿੰਘ ਜੀ ਜਿਹੜੀ ਇਹ ਗੱਲ ਕਹਿ ਰਹੀ ਹੈ ਕਿ ਸਟੇਟ ਏਜੰਸੀਜ਼ ਹੈ ਜਿਹੜੀ ਆਪਦੇ ਪੱਧਰ ਤੇ ਉਹ ਸਾਰੀਆਂ ਚੀਜ਼ਾਂ ਦੇਖਦੀ ਹੈ, ਕੋਆਰਡੀਨੇਸ਼ਨ ਨਾਲ ਹੋਇਆ ਪ੍ਰੋਪਰ, ਤੁਹਾਨੂੰ ਕੀ ਲੱਗਦਾ ਹੈ ਦੋਨੋਂ ਸਰਕਾਰਾਂ ਦੇ ਆਪਸੀ ਤਾਲਮੇਲ ਨਾਲ ਹੋਇਆ ਸਭ ਕੁਝ? ਹਰਨੇਕ ਸਿੰਘ ਜੀ ਦੇਖੋ ਜੀ, ਮੈਂ ਚੰਨੀ ਸਾਹਿਬ ਨੂੰ ਇੱਕ ਬੇਨਤੀ ਕਰਨਾ। ਚੰਨੀ ਸਾਹਿਬ ਦੇ ਵਿੱਚ ਇੱਕ ਗੁਣ ਹੈ ਕਿ ਚੰਨੀ ਸਾਹਿਬ ਝੂਠ ਨਹੀਂ ਬੋਲ ਸਕਦੇ। ਜਦੋਂ ਚੰਨੀ ਸਾਹਿਬ ਨੂੰ ਹਿਰਦੇ ਨੂੰ ਪਤਾ ਹੁੰਦਾ ਹੈ ਕਿ ਮੈਂ ਜਿਹੜੀ ਗੱਲ ਏ ਅਸਲ ਗੱਲ ਲੁਕੋ ਕੇ ਕਰ ਰਿਹਾ, ਚੰਨੀ ਸਾਹਿਬ ਮਾਫ ਕਰਿਆ ਜੇ, ਤਾਂ ਉਹਨਾਂ ਦਾ ਚਿਹਰਾ ਬੋਲ ਦਿੰਦਾ ਹੈ। ਪਹਿਲੀ ਗੱਲ ਇਹ ਕਿ ਜਿਹੜਾ ਝੋਨੇ ਦੀ ਕਟਾਈ ਵਾਸਤੇ ਕੰਬਾਈਨ ਕੇਂਦਰ ਸਰਕਾਰ ਨੇ ਆਪਦੀਆਂ ਘੱਲਣੀਆਂ ਨੇ ਕਿ ਕੰਬਾਈਨਾਂ ਸਾਡੀਆਂ ਖੁੱਭ ਜਾਣਗੀਆਂ, ਮੀਂਹ ਪੈ ਗਿਆ ਏ, ਖਰਾਬ ਹੋ ਗਿਆ ਏ, ਮੌਸਮ ਖਰਾਬ ਏ। ਪੰਜਾਬ ਦੇ ਵਿੱਚ ਪਿਛਲੇ 1 ਹਫ਼ਤੇ ਤੋਂ ਕਿਤੇ ਵੱਡਾ ਮੀਂਹ ਨਹੀਂ ਪਿਆ। ਗੱਲ ਇਹ ਆ ਕਿ ਜੇ ਮੀਂਹ ਪਿਆ ਹੋਇਆ ਏ ਤਾਂ ਉਹ ਵਢਾਈ ਵਿੱਚ ਮੁਸ਼ਕਲ ਆਵੇਗੀ, ਉਹ ਕਿਸਾਨ ਦੀ ਜ਼ਿੰਮੇਵਾਰੀ ਹੈ। ਜੇ ਵਢਾਈ ਵਿੱਚ ਮੁਸ਼ਕਲ ਆਵੇਗੀ ਤਾਂ ਜਦੋਂ ਸਾਡੀ ਫਸਲ ਮੰਡੀ ਵਿੱਚ ਆਵੇਗੀ, ਜੇ ਤੁਹਾਡੇ ਮਾਪਦੰਡ ਤੇ ਖਰੀ ਨਹੀਂ ਉਤਰਦੀ ਤੇ ਤੁਸੀਂ ਨਾ ਖਰੀਦੋ। ਤਾਂ ਗੱਲ ਅਸਲ ਦੇ ਵਿੱਚ ਕੇਪੀ ਮੈਨੂੰ ਨਾ 2 ਮਿੰਟ ਦੇ ਦਿਆ ਜੇ, ਤੁਸੀਂ ਹੱਥ ਬੜੀ ਜਲਦੀ ਖੜਾ ਕਰ ਦਿੰਦੇ ਜੇ ਮੇਰੇ ਵਾਰੀ। ਬੋਲੋ। ਦੋਵਾਂ ਸਰਕਾਰਾਂ ਦੇ ਵਿੱਚੋਂ ਕਿਸੇ ਨੂੰ ਵੀ ਬਰੀ ਨਹੀਂ ਕੀਤਾ ਜਾ ਸਕਦਾ। ਮੈਂ ਖੜਿਆਲ ਸਾਹਿਬ ਬੈਠੇ ਨੇ, ਮੈਂ ਇੱਕ ਬੇਨਤੀ ਤੁਹਾਨੂੰ ਹੁਣੇ ਕਰ ਦਿਆਂ, ਆਉਣ ਵਾਲੇ 20 ਦਿਨਾਂ ਦੇ ਵਿੱਚ ਤੁਸੀਂ ਇੱਕ ਹੋਰ ਬਹਿਸ ਕਰਨੀ ਹੈ। ਉਹ ਕਿਹੜੀ ਬਹਿਸ ਕਰਨੀ ਹੈ? ਪੰਜਾਬ ਦੇ ਵਿੱਚ ਡੀਏਪੀ ਦੀ ਲੋੜ ਪੈਣੀ ਹੈ। ਡੀਏਪੀ ਦੇ ਪੰਜਾਬ ਦੇ ਵਿੱਚ ਸਪਲਾਈ ਇੱਕ ਗੱਟਾ ਵੀ ਨਹੀਂ ਹੋਇਆ, ਜਦੋਂ ਕਿ ਡੀਏਪੀ ਦੀ ਲੋੜ ਅੱਜ ਤੋਂ ਸਿਰਫ 4-5 ਦਿਨਾਂ ਬਾਅਦ ਪੰਜਾਬ ਦੇ ਵਿੱਚ ਸ਼ੁਰੂ ਹੋ ਜਾਣੀ ਹੈ। ਤਾਂ ਖੜਿਆਲ ਸਾਹਿਬ ਤੁਹਾਨੂੰ ਬੇਨਤੀ ਹੈ ਕਿ ਫਿਰ ਮੌਕੇ ਤੇ ਨਾ ਕਿਹਾ ਜੇ ਸਾਨੂੰ ਪਤਾ ਨਹੀਂ ਸੀ। ਅੱਜ ਤੋਂ ਇੱਕ ਤਾਂ ਡੀਏਪੀ ਦੀ ਜਿਹੜੀ ਹੈ ਨਾ ਉਹ ਖਰੀਦ ਬਾਰੇ ਆਪਦਾ ਜਿਹੜੀਆਂ ਤੁਹਾਡੀਆਂ ਤਿਆਰੀਆਂ ਨੇ ਉਹਨਾਂ ਦਾ ਜਾਇਜ਼ਾ ਲਓ ਤੇ ਡੀਏਪੀ ਪੰਜਾਬ ਦੇ ਕਿਸਾਨਾਂ ਨੂੰ ਮੁਹੱਈਆ ਕਰਾਓ। ਦੂਜੀ ਗੱਲ, ਜਿਹੜੇ ਅਸੀਂ ਨੁਕਸਾਨ ਦੀ ਗੱਲ ਕਰ ਰਹੇ ਹਾਂ ਕਿ ਵੀ ਨੁਕਸਾਨ ਕੱਲਾ ਉਸ ਖੜੀ ਫਸਲ ਦਾ ਨਹੀਂ ਹੁੰਦਾ। ਜਦੋਂ ਖੜੀ ਫਸਲ ਵੱਢੀ ਨਹੀਂ ਜਾਵੇਗੀ ਉਸ ਫਸਲ ਦਾ ਨੁਕਸਾਨ ਹੋਵੇਗਾ। ਕਿਸਾਨ ਨੇ ਅੱਗੇ ਸਰੋਂ ਬੀਜਣੀ ਹੈ, ਉਹਦੇ ਕੋਲ ਪੈਸਾ ਨਹੀਂ ਆਵੇਗਾ, ਉਹਦੀ ਸਰੋਂ ਲੇਟ ਹੋਵੇਗੀ, ਮੱਕੀ ਲੇਟ ਹੋਵੇਗੀ, ਆਲੂ ਲੇਟ ਹੋਣਗੇ, ਉਹਦਾ ਮਟਰਾਂ ਦੀ ਬਿਜਾਈ, ਉਹਦੇ ਲਸਣ ਦੀ ਬਿਜਾਈ, ਸਾਰੀਆਂ ਫਸਲਾਂ ਦੀ ਜਿਹੜੀ ਬਿਜਾਈ ਉਹ ਲੇਟ ਹੋਵੇਗੀ। ਤਾਂ ਇੱਕ 10 ਦਿਨ ਜਿਹੜੀ ਪ੍ਰੋਕਿਉਰਮੈਂਟ ਲੇਟ ਕਰਨ ਦੇ ਨਾਲ ਜਿਹੜਾ ਕਿਸਾਨ ਨੂੰ ਨੁਕਸਾਨ ਹੋਣਾ ਹੈ, ਆਉਣ ਵਾਲੇ ਤਕਰੀਬਨ 4-5 ਸਾਲਾਂ ਤੱਕ ਉਹਨੇ ਕਿਸਾਨ ਦਾ ਪਿੱਛਾ ਕਰਨਾ ਹੈ। ਮੈਂ ਇੱਕ ਗੱਲ ਤੁਹਾਨੂੰ ਇਹ ਕਹਿਣੀ ਚਾਹਣਾ ਕਿ ਸਾਨੂੰ ਸਾਰਿਆਂ, ਮੇਰੇ ਸਾਥੀ ਕਾਂਗਰਸ, ਅਕਾਲੀ, ਬੀਜੇਪੀ ਸਾਰੇ ਬੈਠੇ ਨੇ, ਸਾਨੂੰ ਸਾਰਿਆਂ ਨੂੰ ਇਸ ਗੱਲ ਤੇ ਸ਼ਰਮ ਆਉਣੀ ਚਾਹੀਦੀ ਏ। ਜਦੋਂ ਤੋਂ ਲੈ ਕੇ ਮੈਂ ਸਮਝਣਾ ਕਿ ਮੈਂ ਸੁਰਤ ਸੰਭਾਲੀ ਏ, ਅਕਾਲੀ, ਕਾਂਗਰਸੀ, ਬੀਜੇਪੀ ਕਿਸੇ ਦੇ ਰਾਜ ਦੇ ਵਿੱਚ ਵੀ ਅਸੀਂ ਉਸ ਦੇਸ਼ ਦੇ ਵਿੱਚ ਜਿਉ ਰਹੇ ਹਾਂ ਜਿੱਥੇ ਕਿਸਾਨ ਨੂੰ ਆਪਦੀ ਫਸਲ ਵੇਚਣ ਲਈ ਰਿਸ਼ਵਤ ਦੇਣੀ ਪੈਂਦੀ ਏ। ਖੜਿਆਲ ਸਾਹਿਬ ਬੈਠੇ ਨੇ, ਭੁੱਲਰ ਸਾਹਿਬ ਬੈਠੇ ਨੇ, ਕੋਈ ਬਾਹ ਖੜੀ ਕਰਕੇ ਕਹਿ ਦਿਓ ਕਿ ਸਾਡੀ ਸਰਕਾਰ ਵਿੱਚ 1 ਰੁਪਈਆ ਕਿਸਾਨਾਂ ਨੂੰ ਰਿਸ਼ਵਤ ਦਿੱਤੇ ਤੋਂ ਬਗੈਰ ਉਹਨਾਂ ਦੀ ਫਸਲ ਖਰੀਦੀ ਗਈ ਏ। ਸ਼੍ਰੋਮਣੀ ਅਕਾਲੀ ਦਲ ਦੇ ਸਮੇਂ 1 ਕੁਆਂਟਲ ਦੇ ਪਿੱਛੇ 140 ਤੋਂ ਲੈ ਕੇ 200 ਰੁਪਏ ਰਿਸ਼ਵਤ ਲਈ ਗਈ। ਹਰ ਫਸਲ ਪਿਛਲੇ ਲੰਮੇ ਸਮੇਂ ਤੋਂ ਹਰ ਫਸਲ ਵਾਸਤੇ 2, 4, 5, 10 ਰੁਪਏ ਕਿਸਾਨ ਤੋਂ ਰਿਸ਼ਵਤ ਲਈ ਜਾਂਦੀ ਹੈ। ਇਹਦਾ ਸਾਰਿਆਂ ਨੂੰ ਪਤਾ ਹੈ ਤੇ ਸਾਨੂੰ ਸਾਰਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਇਹੋ ਜਿਹੇ ਦੇਸ਼ 'ਚ ਰਹਿ ਰਹੇ ਹਾਂ ਜਿੱਥੇ ਕਿਸਾਨ ਨੂੰ ਆਪਣੀ ਫਸਲ ਵੇਚਣ ਲਈ ਰਿਸ਼ਵਤ ਦੇਣੀ ਪੈਂਦੀ ਹੈ। ਚਲੋ ਮੈਂ ਵਾਪਸ ਆ ਰਿਹਾ। ਮੈਂ ਬਾਕੀ ਤਿੰਨੇ ਪੈਨਲਿਸਟ ਤੁਸੀਂ ਬੈਠੇ ਹੋ, ਜੇ ਤੁਹਾਡੇ ਸਰਕਾਰਾਂ ਦੇ ਸਮੇਂ ਵਿੱਚ ਕਿਸੇ ਵੇਲੇ ਰਿਸ਼ਵਤ ਨਹੀਂ ਲਈ ਜਾਂਦੀ ਤਾਂ ਹੱਥ ਖੜਾ ਕਰ ਦਿਓ। ਮੈਨੂੰ ਜਵਾਬ ਨਹੀਂ ਚਾਹੀਦਾ, ਸਿਰਫ ਹੱਥ ਖੜਾ ਚਾਹੀਦਾ। ਮੈਂ ਤਾਂ ਸਿਰਫ ਇੱਕ ਮਿੰਟ ਪਲੀਜ਼ ਮੈਨੂੰ ਹੱਥ ਖੜਾ ਚਾਹੀਦਾ, ਸਿਰਫ ਹੱਥ ਖੜਾ ਚਾਹੀਦਾ। ਸਿਰਫ ਤੁਹਾਡਾ ਹੱਥ ਖੜਾ ਕਿ ਬੈਠਾ? ਮੇਰਾ ਤਾਂ ਖੜਾ ਹੀ ਹੈ। ਅੱਛਾ ਚਲੋ, ਮੈਂ ਇੱਕ ਛੋਟਾ ਬ੍ਰੇਕ ਲੂੰਗਾ, ਬ੍ਰੇਕ ਤੋਂ ਵਾਪਸ ਆਊਂਗਾ। ਝੋਨੇ ਬਾਨੇ ਕੀ ਨੇ ਨਿਸ਼ਾਨੇ, ਇਹ ਤਾਂ ਹਰਨੇਕ ਸਿੰਘ ਹਰੀ ਦੱਸ ਸਕਦੇ ਆ। 140 ਰੁਪਏ ਤੋਂ ਲੈ ਕੇ 200 ਰੁਪਏ ਤੱਕ ਕਿਹਨੂੰ ਰਿਸ਼ਵਤ ਦਿੱਤੀ ਜਾ ਰਹੀ ਹੈ, ਉਹ ਕਰਪਸ਼ਨ ਹੈ ਕਿਉਂ ਕੀਤੀ ਜਾ ਰਹੀ ਹੈ। ਸਵਾਲ ਬਹੁਤ ਸਾਰੇ ਹੈ। ਸਰੋਂ, ਮੱਕੀ, ਆਲੂ, ਮਟਰ, ਲਸਣ, ਇਹ ਸਾਰਾ ਫਸਲੀ ਚੱਕਰ ਹੈ ਜਿਹੜਾ ਉਹ ਸਾਰਾ ਖਰਾਬ ਹੋ ਜਾਊਗਾ। ਇਸ ਦੇ ਨਾਲ ਪੰਜਾਬ ਦਾ ਸਮਾਜਿਕ ਵਰਤਾਰਾ ਵੀ ਖਰਾਬ ਹੋਊਗਾ। ਪੰਜਾਬ ਦਾ ਆਰਥਿਕ ਜਿਹੜਾ
ਸਾਰਾ ਚੱਕਰ ਹੈਗਾ ਉਹ ਵੀ ਖਰਾਬ ਹੋਊਗਾ, ਕਿਉਂਕਿ ਪੰਜਾਬ ਦੇ ਵਿੱਚ ਫਸਲ ਦਾ ਮਤਲਬ ਹੁੰਦਾ ਤੁਹਾਡਾ ਸਾਰਾ ਕੁਝ ਉਹਦੇ ਨਾਲ ਜੁੜਿਆ ਹੋਇਆ, ਤੁਹਾਡਾ ਘਰ ਜੁੜਿਆ ਹੋਇਆ, ਤੁਹਾਡਾ ਪਰਿਵਾਰ ਜੁੜਿਆ ਹੋਇਆ। ਤੇ ਹੁਣ ਜਿਹੜਾ ਮਹੀਨਾ ਚੱਲਦਾ ਪਿਆ ਇਹਦੇ ਵਿੱਚ ਤਿਉਹਾਰ ਵੀ ਜੁੜੇ ਹੋਏ ਆ। ਬਹੁਤ ਸਾਰੇ ਸਵਾਲ ਆ ਪੰਜਾਬ ਦੇ ਅੱਗੇ, ਇਸੇ ਕਰਕੇ ਪੰਜਾਬ ਇਹ ਸਵਾਲ ਪੁੱਛਦਾ ਪਿਆ ਸਾਡੇ ਨਾਲ ਕਿਤੇ ਇਹ ਧੋਖਾ ਤਾਂ ਨਹੀਂ ਕੀਤਾ ਜਾ ਰਿਹਾ। ਵਾਪਸ ਆ ਰਿਹਾ ਕਿ ਕਿਸਾਨਾਂ ਦੀ ਨਸਲ ਤੇ ਫਸਲ ਨੂੰ ਕਿਹੜੇ ਚੱਕਰਾਂ 'ਚ ਪਾ ਰਹੀਆਂ ਨੇ ਸਰਕਾਰਾਂ। ਚੰਨੀ ਸਾਹਿਬ ਤੁਸੀਂ ਸਾਰਾ ਕੁਝ ਸਮਝਦੇ ਹੋ, ਤੁਹਾਨੂੰ ਗਰਾਊਂਡ ਦੇ ਹਾਲਾਤ ਵੀ ਪਤਾ। ਚੰਨੀ ਸਾਹਿਬ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਤੁਹਾਨੂੰ ਕਿਸਾਨਾਂ ਦੇ ਵੱਲੋਂ। ਚੰਨੀ ਸਾਹਿਬ ਤੁਸੀਂ ਇਹ ਕੇਸ ਆ ਜਿਹੜਾ ਕਿਸਾਨਾਂ ਦਾ, ਤੁਸੀਂ ਵਕੀਲ ਬਣ ਕੇ ਕੇਂਦਰ ਕੋਲੇ ਕਿਉਂ ਨਹੀਂ ਰੱਖ ਦਿੰਦੇ? ਚੰਨੀ ਸਾਹਿਬ ਤੁਸੀਂ ਇਹ ਦਿਨ ਆ ਜਿਹੜੇ ਕਟਵਾ ਲਓ, ਥੋੜਾ ਬਹੁਤ ਕੁਛ ਤਾਂ ਫਰਕ ਪਵੇ, ਸਾਰਾ ਕੁਝ ਫਰਕ ਪੈ ਜਾਣਾ। ਚੰਨੀ ਸਾਹਿਬ ਅਗਲੀ ਉਹਨਾਂ ਨੇ ਫਸਲ ਬੀਜਣੀ ਹੈ, ਉਸ ਤੋਂ ਬਾਅਦ ਉਹਨਾਂ ਨੂੰ ਪੈਸੇ ਆਉਣੇ ਆ, ਤੁਸੀਂ ਸੂਬਾ ਸਰਕਾਰ ਨੂੰ ਆਦਾ ਸਾਰਾ ਕੁਝ ਪੈਸੇ ਦੇ ਚੁੱਕੇ ਹੋ, ਅਗਲੇ ਇਹ ਸਭ ਕੁਝ ਸਾਰਾ ਚੱਕਰ ਜੁੜਿਆ ਹੋਇਆ। ਚੰਨੀ ਸਾਹਿਬ ਇਹਨੂੰ ਥੋੜਾ ਜਿਹਾ ਸੈੱਟ ਕਰੋ। ਚੰਨੀ ਸਾਹਿਬ ਤੁਸੀਂ ਵਕੀਲ ਬਣ ਕੇ ਜਾਓ ਨਾ ਕੇਂਦਰ ਕੋਲੇ। ਬਿਲਕੁਲ ਤੁਹਾਡੀ ਗੱਲ ਠੀਕ ਹੈ। ਮੈਂ ਇਹ ਕਹਿਣਾ ਚਾਹੂੰਗਾ ਕਿ ਦੇਖੋ ਆਏ ਵਾਰੀ ਜਦੋਂ ਅਰਾਈਵਲ ਸ਼ੁਰੂ ਹੁੰਦੀ ਹੈ, ਚਾਹੇ ਝੋਨੇ ਦੀ ਖਾਸ ਕਰਕੇ ਔਰ ਕਣਕ ਦੀ, ਉਦੋਂ ਇਹ ਨਮੀ ਦਾ ਰੌਲਾ ਪੈਂਦਾ ਹੈ ਔਰ ਉਹ ਨਮੀ ਕਰਕੇ ਕਿਸਾਨ ਮੰਡੀਆਂ ਦੇ ਵਿੱਚ ਖਰਾਬ ਹੁੰਦਾ ਹੈ, ਪੱਖੇ ਲੱਗਦੇ ਨੇ, ਉਹਦੀ ਨਮੀ ਘਟਾਈ ਜਾਂਦੀ ਹੈ। ਔਰ ਇਹ ਨਵੀਂ ਗੱਲ ਨਹੀਂ ਹੈਗੀ। ਜੇ ਸਰਕਾਰ ਕਹਿੰਦੀ ਹੈ ਵੀ ਆਪਾਂ ਜੇ ਥੋੜੇ ਦਿਨ ਵੇਟ ਕਰ ਲਈਏ, ਸੁਣ ਲਓ ਮੇਰੇ ਧਿਆਨ ਨਾਲ ਗੱਲ, ਉਹਦੇ ਨਾਲ ਜ਼ਿਆਦਾ ਨੁਕਸਾਨ ਨਹੀਂ ਹੋਏਗਾ ਜਿੰਨੀ ਅਦਰਵਾਈਜ਼ ਖੱਜਲ ਖੁਆਰੀ ਕਿਸਾਨਾਂ ਦੀ ਹੋਏਗੀ, ਕਿਉਂਕਿ ਜਿਹੜੀਆਂ ਪ੍ਰੋਕਿਉਰਮੈਂਟ ਏਜੰਸੀਜ਼ ਨੇ ਉਹਨਾਂ ਨੇ ਇਹਨਾਂ ਦਾ ਮਾਲ ਨਹੀਂ ਚੱਕਣਾ ਔਰ ਉਹ ਪੱਖੇ ਦੀ ਵੀ ਲਿਮਿਟ ਹੈਗੀ ਹੈ ਵੀ ਪੱਖੇ ਨਾਲ ਨਮੀ ਕਿੰਨੀ ਘਟਾਈ ਜਾ ਸਕਦੀ ਹੈ। ਮੈਨੂੰ ਚੰਨੀ ਸਾਹਿਬ ਮੈਨੂੰ ਇੱਕ ਚੀਜ਼ ਦੱਸ ਦੋਗੇ? ਚੰਨੀ ਸਾਹਿਬ ਮੈਨੂੰ ਇੱਕ ਚੀਜ਼ ਦੱਸ ਦੋਗੇ? ਸਰ ਇੱਕ ਮਿੰਟ ਚੰਨੀ ਸਾਹਿਬ ਇੱਕ ਚੀਜ਼ ਦੱਸ ਦੋਗੇ? ਤੁਸੀਂ ਇਹ ਗੱਲ ਪੂਰੀ ਕਰ ਲਿਓ, ਮੈਂ ਤੁਹਾਨੂੰ ਵਕਤ ਦੇ ਦੂੰਗਾ, ਮੈਂ ਤੁਹਾਨੂੰ ਐਕਸਟਰਾ ਟਾਈਮ ਵੀ ਦੇ ਦੂੰਗਾ। ਚੰਨੀ ਸਾਹਿਬ ਇਸ ਤੋਂ ਪਹਿਲਾਂ ਕਦੇ ਝੋਨੇ ਦੀ ਸਰਕਾਰੀ ਖਰੀਦ ਇੰਨੀ ਲੇਟ ਹੋਈ ਹੈ ਸਰ? ਦੇਖੋ ਇਹ ਤਾਂ ਬਰਸਾਤੀ ਕੰਮ ਹੈ, ਜਿਸ ਕਰਕੇ ਦੇਖੋ ਬਰਸਾਤਾਂ ਬਹੁਤ ਦੇਖੀਆਂ ਸਰ, ਮੈਂ ਵੀ ਬਰਸਾਤਾਂ ਬਹੁਤ ਦੇ ਚੁੱਕਿਆ, ਮੰਨਿਆ ਤੁਹਾਡੇ ਨਾਲ ਉਮਰ ਬਹੁਤ ਘੱਟ ਹੈ ਮੇਰੀ। ਚੰਨੀ ਸਾਹਿਬ ਨਹੀਂ ਇੱਕ ਦਾਣਾ ਚੁੱਕਿਆ ਜਾਏਗਾ, ਉਹਦੀ CCL ਲਿਮਿਟ ਇੱਥੇ ਆ ਗਈ ਹੈਗੀ ਹੈ। ਸਿਰਫ ਕੁਐਸਚਨ ਹੈਗਾ 2 4 5 ਦਿਨਾਂ ਦਾ। ਅਦਰਵਾਈਜ਼ ਮੈਂ ਹੋਰ ਵੀ ਤੁਹਾਨੂੰ ਦੱਸ ਦੇਣਾ, ਮੈਂ 9 ਜਿਹੜੀਆਂ ਫਸਲਾਂ ਪ੍ਰੋਕਿਉਰ ਕੀਤੀਆਂ ਨੇ MD ਮਾਰਕੀਟ ਨੇ 4.5 ਸਾਲ। ਮੈਨੂੰ ਪਤਾ ਸਰ ਚੰਨੀ ਸਾਹਿਬ, ਮੈਂ ਤਾਂ ਹੀ ਤੁਹਾਨੂੰ ਸਵਾਲ ਕਰ ਰਿਹਾ। ਚੰਨੀ ਸਾਹਿਬ ਮੈਂ ਤਾਂ ਹੀ ਸਵਾਲ ਕਰ ਰਿਹਾ। ਇਹਨੂੰ ਸਪੀਡ ਅਪ ਹੋ ਜਾਏਗਾ ਜਦੋਂ ਇਹ ਪ੍ਰੋਕਿਉਰਮੈਂਟ ਸ਼ੁਰੂ ਹੋਏਗੀ, ਨਵੀਂ ਨਹੀਂ ਹੋਏਗੀ, ਇਹ ਦਿਨਾਂ ਦੇ ਵਿੱਚ ਹੀ ਹੋ ਜਾਂਦਾ। ਚੰਨੀ ਸਾਹਿਬ ਮੈਨੂੰ ਇੱਕ ਚੀਜ਼ ਦੱਸ ਸਕਦੇ ਹੋ? ਚੰਨੀ ਸਾਹਿਬ ਤੁਸੀਂ 10 ਦਿਨ ਕਿਸੇ ਬੱਚੇ ਨੂੰ ਭੁੱਖਾ ਰੱਖ ਸਕਦੇ ਹੋ ਸਰ? ਜੇ ਭੁੱਖਾ ਰੱਖ ਸਕਦੇ ਹੋ ਜਿੰਦਾ ਰਹਿ ਜਾਊਗਾ ਸਰ? 10 ਦਿਨ ਕਿਸੇ ਬੱਚੇ ਨੂੰ ਭੁੱਖਾ ਰੱਖ ਸਕਦੇ ਹੋ ਚੰਨੀ ਸਾਹਿਬ ਤੁਸੀਂ? ਨਹੀਂ ਇੰਨੀ ਦੇਖੋ ਇੰਨੀ ਕੋਈ ਗੱਲ ਨਹੀਂ ਹੈਗੀ ਉਹਦੇ ਵਿੱਚ। ਮੈਂ ਨਹੀਂ ਕਹਿੰਦਾ ਕਿ ਜ਼ਰੂਰ 11 ਤੋਂ ਸ਼ੁਰੂ ਹੋਵੇ, ਪਹਿਲਾਂ ਕਰਵਾ ਸਕਦੇ ਕਰਾ ਲੈਣ। ਇਹ ਹੁਣ ਅੱਜ ਚੰਨੀ ਸਾਹਿਬ ਗਏ ਹੋਏ ਨੇ ਉੱਥੇ ਪ੍ਰਾਈਮ ਮਿਨਿਸਟਰ ਨਾਲ, ਉਹਨਾਂ ਨੂੰ ਕਨਵਿੰਸ ਕਰ ਕਿ ਮੈਂ ਜ਼ਿੰਮੇਵਾਰੀ ਲੈਣਾ, ਅਸੀਂ ਪ੍ਰੋਕਿਉਰਮੈਂਟ ਕਰਾਂਗੇ, ਸਪੈਸੀਫਿਕੇਸ਼ਨ ਠੀਕ ਹੈ ਚੰਨੀ ਸਾਹਿਬ ਠੀਕ ਹੈ। ਹਰਨੇਕ ਸਿੰਘ ਜਿਹੜਾ ਮੈਂ ਸਵਾਲ ਕਰ ਰਿਹਾ ਸੀਗਾ, ਕਿਸਾਨ ਸਾਰਿਆਂ ਲਈ ਇਹ ਫਸਲ ਬੀਜਦਾ ਹੈ ਲੋਕਾਂ ਢਿੱਡ ਭਰਨ ਦੇ ਲਈ, ਤੇ ਮੈਂ ਕਿਸਾਨ ਦੇ ਢਿੱਡ ਦਾ ਸਵਾਲ ਕਰ ਰਿਹਾ ਸੀਗਾ 10 ਦਿਨ ਕਿਸਾਨ ਨੂੰ ਜਾਂ ਕਿਸਾਨ ਦੇ ਪਰਿਵਾਰ ਨੂੰ ਭੁੱਖਾ ਰਹਿਣਾ ਪਊਗਾ। ਹਰਨੇਕ ਸਿੰਘ ਚੰਨੀ ਸਾਹਿਬ ਜਿਹੜੀ ਵਾਰ-ਵਾਰ ਗੱਲ ਕਹਿ ਰਹੇ ਨੇ ਨਾ, ਇਹ ਕਹਿ ਰਿਹਾ ਕਿ ਮੈਂ ਵੀ 9 ਫਸਲਾਂ ਦੀ ਪ੍ਰੋਕਿਉਰਮੈਂਟ ਕੀਤੀ ਹੈ, ਸਾਨੂੰ ਇਸ ਗੱਲ ਦਾ ਪਤਾ ਹੈ। ਚੰਨੀ ਸਾਹਿਬ ਮੈਂ ਪਰਸਨਲੀ ਤੁਹਾਡੇ ਕੋਲੋਂ ਪੁੱਛਣਾ, ਮੇਰਾ ਝੋਨਾ ਬਿਲਕੁਲ ਪੱਕ ਕੇ ਤਿਆਰ ਏ, ਤੁਸੀਂ ਮੈਨੂੰ ਦੱਸੋ ਮੈਂ 10 ਦਿਨ ਉਹਦਾ ਕੀ ਕਰਾਂ? ਉਹਨੂੰ ਫਸਲ ਨੂੰ ਖੜੀ ਰਹਿਣ ਦਿਆਂ ਜਾਂ ਵੱਢ ਕੇ ਘਰੇ ਰੱਖ ਲਵਾਂ? ਤੁਸੀਂ ਕਹਿ ਰਹੇ ਹੋ ਕਿ ਜ਼ਿਆਦਾ ਫਰਕ ਨਹੀਂ ਪੈਂਦਾ। ਨਹੀਂ ਮੈਂ ਕਹਿ ਰਿਹਾ ਕਿ ਸਿਲੈਕਟਿਵ ਪ੍ਰੋਕਿਉਰਮੈਂਟ ਸਟੇਟ ਗਵਰਨਮੈਂਟ ਕਹੇ ਕਿ ਫਲਾਣੀ ਮੰਡੀ ਦੇ ਵਿੱਚ ਫਲਾਣੇ ਏਰੀਆ ਦੇ ਵਿੱਚ ਸਾਨੂੰ ਅਲਾਉ ਕੀਤਾ ਜਾਵੇ, ਅਸੀਂ ਪ੍ਰੋਕਿਉਰਮੈਂਟ ਐਜ਼ ਪਰ ਸਪੈਸੀਫਿਕੇਸ਼ਨ ਕਰਾਂਗੇ, ਕਿਉਂਕਿ ਪ੍ਰੋਕਿਉਰਮੈਂਟ ਦਾ ਚੰਨੀ ਸਾਹਿਬ ਇਹਦਾ ਮਤਲਬ ਚੰਨੀ ਸਾਹਿਬ ਜੇ ਤੁਸੀਂ ਹੁਣ ਇਹ ਸਵਾਲ ਕਰਦੇ ਪਏ ਹੋ ਕਿ ਸਟੇਟ ਗਵਰਨਮੈਂਟ ਹੈ ਫਲਾਣੀ ਮੰਡੀ ਦੇ ਵਿੱਚ ਤੁਹਾਨੂੰ ਇਹ ਦੱਸ ਦੇਵੇ ਕਿ ਇੱਥੋਂ ਫਸਲ ਚੱਕੀ ਜਾ ਸਕਦੀ, ਇਹਦਾ ਮਤਲਬ ਸਟੇਟ ਗਵਰਨਮੈਂਟ ਨੂੰ ਲੂਪ ਵਿੱਚ ਨਹੀਂ ਲਿਆ ਫੈਸਲਾ ਲੈਣ ਤੋਂ ਪਹਿਲਾਂ। ਚੰਨੀ ਸਾਹਿਬ ਤੁਸੀਂ ਆਪ ਡਿਕਲੇਅਰ ਕਰਦੇ ਪਏ ਹੋ। ਦੇਖੋ ਜਿਹੜੀ ਪ੍ਰੋਕਿਉਰਮੈਂਟ ਦੀ ਜ਼ਿੰਮੇਵਾਰੀ ਹੈਗੀ ਹੈ, ਉਹਦੀ ਕੁਆਲਿਟੀ ਪ੍ਰੋਕਿਉਰਮੈਂਟ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਸਟੇਟ ਗਵਰਨਮੈਂਟ ਦੀ ਏਜੰਸੀਆਂ ਦੀ ਹੈ, ਉਹਦੀ ਉਹ ਸੈਂਟਰ ਗਵਰਨਮੈਂਟ ਦੀ ਏਜੰਸੀਆਂ ਦੀ, ਸੈਂਟਰ ਗਵਰਨਮੈਂਟ ਦੀ ਨਹੀਂ ਹੈਗੀ। ਇਹ ਆਪਣੀ ਜ਼ਿੰਮੇਵਾਰੀ ਲੈਣ। ਹਰਨੇਕ ਸਿੰਘ ਜੀ ਇੱਕ ਮਿੰਟ ਆ ਰਿਹਾ। ਹਾਂ ਮਿਸਟਰ ਪੁੱਲਰ, ਮੇਰੀ ਚੰਨੀ ਸਾਹਿਬ ਨੂੰ ਸਿਰਫ ਇੱਕ ਸਵਾਲ ਹੈ ਕਿ ਇੰਨਾ ਵੱਡਾ ਇਹ ਹੰਗਾਮਾ ਹੋਇਆ, ਚਿੱਠੀ ਰਾਤ ਨੂੰ ਨਿਕਲੀ ਹੈ, ਅੱਜ ਪ੍ਰੋਕਿਉਰਮੈਂਟ ਸਟਾਰਟ ਹੋਣੀ ਸੀਗੀ, ਪੰਜਾਬ ਦੀ ਜਿਹੜੀ ਲੀਡਰਸ਼ਿਪ ਹੈ ਤੁਹਾਡੀ, ਜਿਹੜੀ ਬਾਰ-ਬਾਰ ਇਹ ਦਾਅਵੇ ਕਰਦੀ ਹੈ ਅਸੀਂ ਕਿਸਾਨ ਹਮਾਇਤੀ ਹਾਂ, ਇਸੇ ਕਰਕੇ ਅਸੀਂ ਲਾਅ ਲੈ ਕੇ ਆਉਂਦੇ ਆ, ਅੱਜ ਉਹ ਕਿੱਥੇ ਇੱਕ ਸਿੰਗਲ ਬਿਆਨ ਤੱਕ ਨਹੀਂ ਆਇਆ ਉਹਨਾਂ ਵੱਲੋਂ, ਜਿਹਦੇ 'ਚ ਲੋਕ ਸਭਾ ਮੈਂਬਰ ਵੀ ਹੈਗੇ, ਰਾਜ ਸਭਾ ਮੈਂਬਰ ਵੀ ਹੈਗੇ, ਤੁਹਾਡੇ ਇੱਥੇ ਟੀਮ ਵੀ ਹੈਗੀ ਹੈ ਸਾਰੀ, ਤੁਹਾਡੇ ਪ੍ਰਧਾਨ ਵੀ ਨੇ, ਜਨਰਲ ਸੈਕਟਰੀ ਵੀ ਨੇ, ਉਹਨਾਂ ਵੱਲੋਂ ਕਿਸੇ ਵੱਲੋਂ ਇੱਕ ਬਿਆਨ ਨਹੀਂ ਬਿਆਨ ਆ ਗਿਆ ਮਿਸਟਰ ਪੁੱਲਰ, ਉਹ ਕਹਿ ਰਹੇ ਆ ਕਿ ਮੌਸਮ ਵਜ੍ਹਾ, ਉਹ ਤਾਂ ਹੀ ਬਿਆਨ ਇਹ ਚੰਨੀ ਸਾਹਿਬ ਹੁਣ ਕਹਿ ਰਹੇ ਨੇ ਨਾ, ਇਹਨਾਂ ਦੇ ਕਿਸੇ ਪ੍ਰਧਾਨ ਦਾ ਬਿਆਨ ਆ ਗਿਆ, ਪ੍ਰਧਾਨ ਦਾ ਬਿਆਨ ਆ ਗਿਆ ਜੀ।
ਠੀਕ ਆ ਹੈ ਗਿਆ, ਵੀ ਅਸੀਂ ਚਲੋ ਇਹ 'ਚ ਕੁਝ ਕਰਨ ਜਾ ਰਹੇ ਹਾਂ ਕੱਲਾ ਤੁਸੀਂ ਭੁੱਲਰ ਸਾਹਿਬ ਸਿੱਧਾ ਕਿਉਂ ਨਹੀਂ ਕਹਿੰਦੇ ਕਿ ਤੁਸੀਂ ਇਸ ਧਿਰ ਨੂੰ ਜਾਣਦੇ ਹੋ, ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਸਟੇਟ ਲੀਡਰਸ਼ਿਪ ਵਿੱਚ ਕੋਈ ਵਜਨ ਨਹੀਂ ਹੈਗਾ, ਇਹ ਕਹਿਣਾ ਚਾਹੁੰਦੇ ਮੈਂ ਕਹਿੰਦਾ ਸਟੇਟ ਲੀਡਰਸ਼ਿਪ ਜਿਹੜੀ ਹੈਗੀ ਹੈ ਉੱਪਰਲੀ ਕਿਸੇ ਲੀਡਰਸ਼ਿਪ ਨੂੰ ਸਵਾਲ ਹੀ ਨਹੀਂ ਕਰ ਸਕਦੀ, ਹਾਂ ਇੰਨੀ ਉਹਨਾਂ ਜਾਣ ਹੀ ਨਹੀਂ ਹੈਗੀ। ਚਲੋ ਅਰਸ਼ਪ੍ਰੀਤ ਖੜਿਆਲ, ਹੁਣ ਮਸਲਾ ਕਿਵੇਂ ਹੱਲ ਹੋਊਗਾ? ਖੜਿਆਲ ਸਾਹਿਬ, ਦਿਨ 10 ਦਿਨ ਆ ਜਿਹੜੇ ਉਹ ਹੋ ਸਕਦਾ ਹੈ ਕਿ ਸਿਆਸਤਦਾਨਾਂ ਦੇ ਲਈ ਥੋੜੇ ਲੱਗਦੇ ਹੋਣ, ਕਿਸਾਨਾਂ ਲਈ ਇਹ ਦਿਨ ਬਹੁਤ ਵੱਡੇ ਹੈ। ਅਰਸ਼ਪ੍ਰੀਤ ਖੜਿਆਲ, ਦੇਖੋ ਮੈਂ ਤਾਂ ਇਹੀ ਚੀਜ਼ ਬਿਲੀਵ ਕਰਦਾ ਹਾਂ ਕਿ ਇਹਨਾਂ ਨੂੰ ਜਲਦੀ ਤੋਂ ਜਲਦੀ ਪ੍ਰੋਕਿਉਰਮੈਂਟ ਸ਼ੁਰੂ ਕਰ ਦੇਣੀ ਚਾਹੀਦੀ ਹੈ, ਕਿਉਂਕਿ ਕਿਸਾਨਾਂ ਦਾ ਨੁਕਸਾਨ ਬਹੁਤ ਵੱਡਾ ਹੋ ਰਿਹਾ ਹੈ। ਦੂਜੀ ਚੀਜ਼, ਚੰਨੀ ਸਾਹਿਬ ਕਹਿ ਰਹੇ ਨੇ ਕਿ ਅਸੀਂ ਪ੍ਰੀਪੋਨ ਕਰਾਂਗੇ, ਪ੍ਰੀਪੋਨ ਕਰੋਗੇ ਤਾਂ ਕਿਹੜੀ ਤਰੀਕ ਨੂੰ? ਤੇ ਜੇ ਹੁਣ ਪ੍ਰੀਪੋਨ ਕਰਨ ਨੂੰ ਤਿਆਰ ਹੋ ਤੇ ਫਿਰ ਹੁਣ ਮੋਇਸਚਰ ਲੈਵਲ ਕਿਵੇਂ ਠੀਕ ਹੋਊਗਾ, ਹੁਣ ਮੀਂਹ ਦਾ ਅਸਰ ਕਿਵੇਂ ਜਾਊਗਾ, ਇਹ ਚੀਜ਼ ਦਾ ਵੀ ਜਵਾਬ ਹੋਣਾ ਚਾਹੀਦਾ ਹੈ। ਤੀਜੀ ਚੀਜ਼ ਇਹ ਹੈ ਕਿ ਸਾਹਿਬ ਕਾਈਂਡਲੀ ਸੁਣ ਲਓ, ਚੰਨੀ ਸਾਹਿਬ ਇਸ ਵਕਤ ਪ੍ਰੈਸ ਕਾਨਫਰੰਸ ਮੁਲਾਕਾਤ ਜਿਹੜੀ ਉਹਨਾਂ ਨਾਲ ਸੀਗੀ ਮੋਦੀ ਸਾਹਿਬ ਨਾਲ, ਉਹ ਹੋ ਚੁੱਕੀ ਹੈ ਤੇ ਦੇਖੋ ਆਉਣ ਵਾਲੇ ਟਾਈਮ ਦੇ ਵਿੱਚ ਇਹਦਾ ਸੋਲੂਸ਼ਨ ਪੰਜਾਬ ਕਾਂਗਰਸ ਹੀ ਲੈ ਕੇ ਆਊਗੀ। ਲਾਸਟ ਬਟ ਨਾਟ ਦ ਲੀਸਟ, ਮੈਂ ਸਿਰਫ ਇੱਕ ਚੀਜ਼ ਦੱਸਣਾ ਚਾਹਣਾ, ਆਰਬੀਆਈ ਤੋਂ ਸਪੈਸ਼ਲ ਡਿਮਾਂਡ ਕਰਕੇ ਮੋਰ ਦੈਨ 33,000 ਕਰੋੜ ਪੈਡੀ ਪ੍ਰੋਕਿਉਰਮੈਂਟ ਲਈ ਪੰਜਾਬ ਸਰਕਾਰ ਨੇ ਇਸ ਚੀਜ਼ ਦੀ ਰਿਕੁਐਸਟ ਕੀਤੀ ਤੇ ਇਸ ਚੀਜ਼ ਨੂੰ ਮੁਹੱਈਆ ਕਰਵਾਇਆ। ਤਾਂ ਪੰਜਾਬ ਸਰਕਾਰ ਕਿਸਾਨਾਂ ਲਈ ਲੜੂਗੀ ਤੇ ਲੜਦੀ ਆਈ ਹੈ। ਹਾਂ ਮਿਸਟਰ ਭੁੱਲਰ ਕੁਝ ਕਹਿਣਾ ਚਾਹੁੰਦੇ, ਫਟਾਫਟ ਕਹੀਓ ਪਲੀਜ਼। ਮੈਂ ਸਿਰਫ ਇੱਕੋ ਗੱਲ ਪੁੱਛਣੀ ਚਾਹੁੰਦਾ ਹਾਂ ਸਾਡੇ ਜਿਹੜੇ ਕਾਂਗਰਸ ਦੇ ਪ੍ਰਵਕਤਾ ਨੇ ਉਹਨਾਂ ਕੋਲੋਂ। ਆ ਰਿਹਾ ਹਰਨੇਕ ਸਿੰਘ ਯਾਰ, ਹਰਨੇਕ ਸਿੰਘ ਜੀ ਆ ਰਿਹਾ, ਇੱਕ ਮਿੰਟ ਆ ਰਿਹਾ, ਹਰਨੇਕ ਸਿੰਘ ਜੀ ਇੱਕ ਮਿੰਟ ਆ ਰਿਹਾ। ਹਾਂ ਮਿਸਟਰ ਭੁੱਲਰ ਫਟਾਫਟ ਬੋਲੋ ਪਲੀਜ਼। ਕਿ ਜਦੋਂ ਇਹਨਾਂ ਦੀ ਆਪਣੀ ਤਿਆਰੀ ਹੋਈ ਨਹੀਂ ਹੈਗੀ ਮੰਡੀਆਂ ਦੇ ਵਿੱਚ, ਹਾਂ ਅੱਜ ਦੀ ਤਰੀਕ ਦੇ ਵਿੱਚ ਜਿਹੜੀ ਹਰਨੇਕ ਸਿੰਘ ਉਹਨਾਂ ਨੇ ਵੀ ਇਹਨਾਂ ਨੂੰ ਖਦਸ਼ਾ ਦਿੱਤਾ ਹੈ ਕਿ ਉੱਥੇ ਤਿਆਰੀ ਹੋਈ ਨਹੀਂ ਹੈਗੀ, ਤੇ ਫਿਰ ਇਹ ਕਿਸ ਚੀਜ਼ ਦਾ ਪ੍ਰੋਕਿਉਰਮੈਂਟ ਕਰਨਗੇ? ਇਹਨਾਂ ਦੀ ਏਜੰਸੀਆਂ ਉੱਥੇ ਕੀ ਕੰਮ ਕਰਨਗੀਆਂ? ਚਲੋ ਬਾਰਦਾਨਾ ਕਿਹਨਾਂ ਨੇ ਦੇਣਾ ਸੀਗਾ ਭੁੱਲਰ ਸਾਹਿਬ? ਦੇਖੋ ਬਾਰਦਾਨਾ ਕਿਹਨਾਂ ਨੇ ਦੇਣਾ ਸੀ? ਕਰਨਾ ਤੇ ਇਹਨਾਂ ਨੇ ਸਾਰਾ ਕੁਝ ਹੈ ਨਾ। ਨਹੀਂ ਬਾਰਦਾਨਾ ਦੇਣਾ ਕਿਹਨਾਂ ਨੇ ਸੀ ਸਰ? ਜਦੋਂ ਤੁਹਾਡੇ ਮੰਤਰੀ ਰਹੇ ਆ ਉੱਥੇ, ਤੁਸੀਂ ਵੀ ਉਧਰ ਰੌਲਾ ਪਾਉਂਦੇ ਰਹੇ, ਬਾਰਦਾਨਾ ਤੁਹਾਨੂੰ ਵੀ ਨਹੀਂ ਮਿਲਦਾ ਪਿਆ ਸੀ ਉਦੋਂ ਵੀ। ਗੱਲ ਹੈ ਵੀ ਕਰਨਾ ਇਹਦੇ ਕਿੰਨੇ ਸਾਡੀ ਕਾਮਯਾਬ ਸਰਕਾਰ ਬੜੀ ਕਾਮਯਾਬ ਹੈ। ਨਹੀਂ ਤੁਸੀਂ ਮੈਨੂੰ ਦੱਸੋ, ਤੁਸੀਂ ਮੈਨੂੰ ਦੱਸੋ, ਅਸੀਂ ਕੁਝ ਨਹੀਂ ਕੀਤਾ, ਲੇਕਿਨ ਅੱਜ ਸਰਕਾਰ ਇਹਨਾਂ ਦੀ ਕਰਨਾ ਇਹਦੇ ਕਿੰਨੇ। ਭੁੱਲਰ ਸਾਹਿਬ ਮੈਨੂੰ ਦੱਸੋ, ਕੇਂਦਰ ਪੰਜਾਬ ਨਾਲ ਵਿਤਕਰਾ ਤਾਂ ਨਹੀਂ ਕਰਦਾ ਪਿਆ? ਅਕਾਲੀ ਦਲ ਕੀ ਸੋਚਦਾ? ਮੇਰੀ ਗੱਲ ਸੁਣੋ, ਮੈਂ ਸਵਾਲ ਤੇ ਕਰ ਰਿਹਾ ਉਹਨਾਂ ਨੂੰ, ਤੁਸੀਂ ਉਹਨਾਂ ਪ੍ਰਵਕਤਾ ਕਿਉਂ ਮੰਨਦੇ? ਨਹੀਂ ਚਲੋ ਜੋ ਮੈਨੂੰ ਜੋ ਮਰਜ਼ੀ ਕਹਿ ਲਓ ਸਰ, ਮੈਨੂੰ ਕੋਈ ਫਰਕ ਨਹੀਂ ਪੈਂਦਾ। ਉਹ ਜਵਾਬ ਦੇਣ ਨਾ, ਮੈਨੂੰ ਜੋ ਮਰਜ਼ੀ ਕਹਿੰਦੇ ਵੀ ਅਸੀਂ ਤਾਂ 100% ਬੜੇ ਐਕੂਰੇਟ ਹੈ, ਤੇ ਅੱਜ ਐਕੂਰੇਸੀ ਕਿੱਥੇ ਹੈ? ਨਹੀਂ ਉਹ ਤਾਂ ਸਵਾਲ ਤੁਸੀਂ ਵੀ ਖੜੇ ਕਰਤੇ, ਹਰਨੇਕ ਸਿੰਘ ਹਰਾਂ ਨੇ ਵੀ ਖੜੇ ਕਰਤੇ, ਕੇਂਦਰ ਪੰਜਾਬ ਨਾਲ ਵਿਤਕਰਾ ਤਾਂ ਨਹੀਂ ਕਰਦਾ ਪਿਆ? ਬਿਲਕੁਲ ਕਰ ਰਿਹਾ। ਚਲੋ ਹਰਨੇਕ ਸਿੰਘ ਜੀ ਲਾਸਟ ਸਟੇਟਮੈਂਟ ਤੁਹਾਡੀ ਬੋਲੋ ਸਰ। ਕਿਪੀ ਗੱਲ ਆ ਕਿ ਭਾਰਤ ਦੇਸ਼ ਦੇ ਵਿੱਚ ਜਿਨ੍ਹਾਂ ਦੀ ਪੂਜਾ ਹੋਣੀ ਚਾਹੀਦੀ ਸੀ, ਉਸ ਜਮਾਤ ਨੂੰ ਇਹਨਾਂ ਸਾਰੀਆਂ ਪਾਰਟੀਆਂ ਨੇ ਦਇਆ ਦਾ ਪਾਤਰ ਬਣਾ ਦਿੱਤਾ ਹੈ। ਮਗਤੇ ਵਰਗੀ ਹਾਲਤ ਕਰ ਦਿੱਤੀ ਉਹਦੀ, ਇਹ ਹਾਲਤ ਉਹਦੀ ਕਰ ਦਿੱਤੀ ਕਿ ਅੱਜ ਇਹ ਜਿਹੜਾ ਇਹਨਾਂ ਨੂੰ ਸਿਰਫ 10 ਦਿਨ ਲੱਗਦਾ ਹੈ, ਮੀਂਹ ਹੋ ਗਿਆ, ਮੌਸਮ ਖਰਾਬ, ਮੋਇਸਚਰ ਨਹੀਂ ਹੈਗਾ। ਯਕੀਨ ਕਰੋ ਇਹ 10 ਦਿਨ ਦੀ ਲੇਟ ਨੇ, ਹੋ ਸਕਦਾ ਜੇ ਨਾ ਹੋਇਆ ਤੇ ਸਾਡੇ ਕਿੰਨੇ ਕਿਸਾਨਾਂ ਨੂੰ ਆਤਮ ਹੱਤਿਆ ਤੱਕ ਲਈ ਮਜਬੂਰ ਕਰ ਦੇਵੇ। ਤਾਂ ਚੰਨੀ ਸਾਹਿਬ ਬੇਨਤੀ ਹੈ, ਇਹ ਜਿਹੜੀ ਜਮਾਤ ਪੂਜਣ ਯੋਗ ਹੈ, ਪੂਰੇ ਹਿੰਦੁਸਤਾਨ ਦਾ ਢਿੱਡ ਭਰਦੀ ਹੈ। ਤੁਸੀਂ ਵੀ ਆਈ ਇੰਨੇ ਵੱਡੇ ਅਫਸਰ ਰਹੇ ਜੇ, ਰੋਟੀ ਖਾਦੇ ਤੋਂ ਬਿਨਾ ਤੁਸੀਂ ਕੋਈ ਫੈਸਲੇ ਨਹੀਂ ਕਰ ਸਕਦੇ ਸਾਜੇ। ਤਾਂ ਬੇਨਤੀ ਹੈ, ਸਾਡੀ ਮਿੰਨਤ ਹੈ ਕਿ ਸਾਨੂੰ ਜੇ ਦਇਆ ਦਾ ਪਾਤਰ ਹੀ ਤੁਸੀਂ ਦੇਸ਼ ਦੇ ਵਿੱਚ ਬਣਾ ਕੇ ਰੱਖਤਾ ਤਾਂ ਫਿਰ ਸਾਡੇ ਤੇ ਦਇਆ ਹੀ ਕਰ ਲਓ, ਦਇਆ ਕਰੋ, ਸਾਨੂੰ ਹਰ ਗੱਲ ਤੇ ਸਜ਼ਾ ਨਾ ਦਿਓ। ਇਹ ਸਾਨੂੰ ਜਿਹੜੀ ਸਜ਼ਾ ਹੈ ਇਹ ਦਿੱਲੀ ਤੇ ਬਾਰਡਰਾਂ ਤੇ ਵਿੱਢੇ ਹੋਏ ਘੋਲ ਦੀ ਸਜ਼ਾ ਦਿੱਤੀ ਜਾ ਰਹੀ ਹੈ। ਚੰਨੀ ਸਾਹਿਬ ਅੰਤਰੀਬ ਤੁਹਾਡਾ ਇਹ ਜਾਣਦਾ ਹੈ ਕਿ ਸਾਨੂੰ ਦਿੱਲੀ ਦੇ ਬਾਰਡਰਾਂ ਤੇ ਵਿੱਢੇ ਹੋਏ ਘੋਲ ਦੀ ਸਜ਼ਾ ਦਿੱਤੀ ਜਾ ਰਹੀ ਹੈ। ਲੜਨਾ ਸਾਡਾ ਫਰਜ਼ ਹੈ, ਸੰਘਰਸ਼ ਸਾਡਾ ਫਰਜ਼ ਹੈ, ਜ਼ਮੀਨਾਂ ਬਚਾਉਣ ਲਈ ਸਾਡਾ ਸੰਘਰਸ਼ ਹੈ। ਇਹ ਪਾਪ ਨਹੀਂ ਹੈ ਜੀ, ਸਾਨੂੰ ਸਜ਼ਾ ਨਾ ਦਿਓ, ਸਾਡੀ ਬੇਨਤੀ ਹੈ। ਮੈਂ ਇਸ ਤੋਂ ਜ਼ਿਆਦਾ ਮੈਂ ਨਾ ਕਿਸੇ ਨੂੰ ਵਕਤ ਦੇ ਸਕਦਾ, ਨਾ ਇਸ ਤੋਂ ਬਾਅਦ ਮੇਰੇ ਕੋਲ ਬੋਲਣ ਨੂੰ ਵੀ ਕੁਝ ਨਹੀਂ ਹੈਗਾ। ਜਦੋਂ ਇੱਕ ਕਿਸਾਨ ਇਹ ਗੱਲ ਕਹਿ ਰਿਹਾ ਕਿ ਮੈਂ ਦਇਆ ਦਾ ਪਤਾ, ਮੈਂ ਦੇ ਨਹੀਂ ਸਕਦਾ ਵਕਤ। ਮੇਰਾ ਮਨ ਹੀ ਨਹੀਂ ਕਰਦਾ ਪਿਆ ਇਸ ਤੋਂ ਅੱਗੇ ਗੱਲ ਰੱਖ ਲੈਂਦਾ, ਮਨ ਨਹੀਂ ਕਰਦਾ ਪਿਆ। ਇੱਕ ਗੱਲ ਰੱਖ ਲੈਂਦਾ ਤੁਸੀਂ, ਮੇਰਾ ਮਨ ਨਹੀਂ ਕਰਦਾ ਪਿਆ। ਮੈਂ ਦੁਖੀ ਹਾਂ ਹਰਨੇਕ ਸਿੰਘ ਦੀ ਇਹ ਗੱਲ ਸੁਣ ਕੇ, ਮੈਂ ਦੁਖੀ ਹਾਂ। ਮੈਂ ਪ੍ਰੋਗਰਾਮ ਸਮਾਪਤ ਕਰ ਰਿਹਾ, ਮੈਂ ਪ੍ਰੋਗਰਾਮ ਸਮਾਪਤ ਕਰ ਰਿਹਾ। ਗੱਲ ਪੁੱਛਣੀ ਚਾਹੁੰਦਾ ਕਿ ਗੁਲਾਬੀ ਸੁੰਡੀ ਵੇਖ ਕੇ ਆਏ ਸੀ ਸੀਐਮ ਸਾਹਿਬ, ਉਹਨਾਂ ਨੇ ਮੁਆਵਜ਼ਾ ਕਦੋਂ ਅਨਾਉਂਸ ਕਰਨਾ ਉਹਦਾ ਦੱਸ ਦਿਓ। ਪ੍ਰੋਗਰਾਮ ਪਲੀਜ਼ ਬੰਦ ਕਰ ਦਿਓ। ਮੈਂ ਕਿਸਾਨ ਨੂੰ ਦਇਆ ਦਾ ਪਾਤਰ ਬਣਦਾ ਹੋਇਆ ਨਹੀਂ ਦੇਖਣਾ ਚਾਹੁੰਦਾਗਾ। ਬਹੁਤ ਧੰਨਵਾਦ ਸਰ ਸਾਰਿਆਂ ਦਾ।